ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਕਾਫੀ ਦਿਨਾਂ ਤੋਂ ਦੱਸ ਰਹੇ ਹਾਂ, ਪੰਜਾਬ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਪਲ ਪਲ ਦੀ ਖਬਰ, ਇੱਕ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਵੱਖ-ਵੱਖ ਸਾਡੇ ਨਿਊਜ਼ ਪ੍ਰੋਗਰਾਮਸ, ਡਿਬੇਟ ਪ੍ਰੋਗਰਾਮਸ, ਇਨ ਚੀਜ਼ਾਂ ਨੂੰ ਕਵਰ ਕਰ ਰਹੇ ਹਾਂ। ਅਤੇ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਤੁਹਾਡੇ ਨਾਲ ਹਰ ਸ਼ਾਮ ਤੁਹਾਡੇ ਵਿਚਾਰ ਸੁਣਨ ਲਈ ਅਸੀਂ ਪੰਜਾਬ ਇਲੈਕਸ਼ਨਸ ਦੀ ਅਪਡੇਟਸ ਕਵਰ ਕਰ ਰਹੇ ਹਾਂ। ਬਟ ਇਨ ਇਲੈਕਸ਼ਨਸ ਤੋਂ ਹਟ ਕੇ ਅੱਜ ਇੱਕ ਬਹੁਤ ਹੀ ਮੈਂ ਕਹਾਂਗੀ ਦੁੱਖ ਭਰਾ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ। ਇਹੋ ਜਿਹੀ ਖਬਰਾਂ ਪੇਸ਼ ਕਰਦੇ ਹੋਏ ਮਨ ਬਹੁਤ ਉਦਾਸ ਹੁੰਦਾ ਹੈ। ਭਾਵੇਂ ਤੁਹਾਡੇ ਕੋਈ ਵੀ ਪੋਲੀਟਿਕਸ ਹੋਣ, ਕੋਈ ਵੀ ਤੁਹਾਡੀ ਪਾਰਟੀ ਹੋਏ, ਕੋਈ ਵੀ ਤੁਹਾਡੀ ਅਫੀਲੀਏਸ਼ਨ ਹੋਏ, ਕੋਈ ਵੀ ਤੁਹਾਡਾ ਓਪੀਨੀਅਨ ਹੋਏ, ਅਸੀਂ ਸਾਰੇ ਅਲਟੀਮੇਟਲੀ ਇੱਕ ਇਨਸਾਨ ਹੈਗੇ। ਅਤੇ ਜਦੋਂ ਇੱਕ ਇਨਸਾਨ ਦੀ ਜ਼ਿੰਦਗੀ ਜਾਂਦੀ ਹੈ, ਸਾਨੂੰ ਸਾਰਿਆਂ ਨੂੰ ਦੁੱਖ ਪਹੁੰਚਦਾ ਹੈ, ਅਫਸੋਸ ਹੁੰਦਾ ਹੈ। ਖਾਸ ਕਰਕੇ ਇੱਕ ਇਹੋ ਜਿਹੀ ਜ਼ਿੰਦਗੀ ਜੋ ਕਿ ਇੱਕ ਆਈਕਨ, ਇੱਕ ਯੂਥ ਲਈ ਤੁਸੀਂ ਕਹਿ ਲਓ ਇੰਸਪੀਰੇਸ਼ਨ, ਇੱਕ ਕੌਜ਼ ਲਈ, ਇੱਕ ਮੂਵਮੈਂਟ ਦੀ ਆਵਾਜ਼ ਬਣ ਕੇ ਜੋ ਇਨਸਾਨ ਖੜ੍ਹਾ ਹੋਇਆ ਸੀ ਸਭ ਤੋਂ ਪਹਿਲੇ ਕਿਸਾਨ ਮੋਰਚੇ ਦੇ ਵਿੱਚ, ਪ੍ਰੋਮੀਨੈਂਟ ਆਵਾਜ਼ ਜੋ ਸਭ ਤੋਂ ਪਹਿਲੇ ਬਾਰਡਰਾਂ ਦੇ ਬੈਰੀਕੇਡਸ ਨੂੰ ਤੋੜ ਕੇ ਅੱਗੇ ਆਈ ਸੀ, ਪੰਜਾਬੀ ਐਕਟਰ ਤੇ ਐਕਟਿਵਿਸਟ ਦੀਪ ਸਿੱਧੂ ਦੀ ਅਨਟਾਈਮਲੀ ਡੈਥ ਦੀ ਅੱਜ ਸਟੋਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਅੱਜ ਸਵੇਰੇ ਹੀ USA ਟਾਈਮ ਦੇ ਮੁਤਾਬਿਕ, ਇੰਡੀਆ ਲੇਟ ਨਾਈਟ, ਕੱਲ੍ਹ ਰਾਤੀ ਦੀਪ ਸਿੱਧੂ ਇੱਕ ਕਾਰ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਦੀਪ ਸਿੱਧੂ ਦੀ ਇਸ ਪਾਸਿੰਗ ਨੂੰ ਲੈ ਕੇ ਕਾਫੀ ਸਾਰਿਆਂ ਦੇ ਅਫਸੋਸ ਵੀ ਵੇਖਣ ਨੂੰ ਮਿਲ ਰਿਹਾ ਸੋਸ਼ਲ ਮੀਡੀਆ 'ਤੇ। ਬਟ ਅੱਜ ਅਸੀਂ ਇਹ ਸ਼ਰਧਾਂਜਲੀ ਪ੍ਰੋਗਰਾਮ ਕਰ ਰਹੇ ਹਾਂ ਉਸ ਲੈਗੇਸੀ ਨੂੰ ਯਾਦ ਕਰਨ ਲਈ ਜੋ ਦੀਪ ਸਿੱਧੂ ਆਪਣੇ ਪਿੱਛੇ ਛੱਡ ਕੇ ਗਏ ਹੈ। ਇੱਕ ਕਹਾਵਤ ਹੈਗੀ ਜੋ ਬਾਰ-ਬਾਰ ਪੋਸਟ ਕੀਤੀ ਜਾ ਰਹੀ ਹੈ ਦੀਪ ਸਿੱਧੂ ਦੀ ਯਾਦ ਦੇ ਵਿੱਚ, ਕਿ ਤੁਸੀਂ ਕਿਸੇ ਇਨਸਾਨ ਨੂੰ ਮਾਰ ਸਕਦੇ ਹੋ ਲੇਕਿਨ ਇੱਕ ਆਈਡੀਆ ਨੂੰ ਨਹੀਂ ਮਾਰ ਸਕਦੇ। ਤੁਸੀਂ ਰੈਵੋਲੂਸ਼ਨਰੀ ਨੂੰ ਮਾਰ ਸਕਦੇ ਹੋ ਲੇਕਿਨ ਇੱਕ ਰੈਵੋਲੂਸ਼ਨ ਨੂੰ ਨਹੀਂ ਖ਼ਤਮ ਕਰ ਸਕਦੇ। ਇੱਕ ਵਾਰੀ ਫਿਰ ਭਾਵੇਂ ਤੁਹਾਡੇ ਦੀਪ ਸਿੱਧੂ ਨੂੰ ਲੈ ਕੇ ਜੋ ਵੀ ਵਿਚਾਰ ਹੋਣ, ਜੋ ਹੋਇਆ, ਜੋ ਵਾਪਰਿਆ, ਬਹੁਤ ਹੀ ਮਾੜਾ ਹੋਇਆ। ਇਸ ਚੀਜ਼ 'ਤੇ ਅਸੀਂ ਸਾਰੇ ਸਹਿਮਤੀ ਰੱਖਦੇ ਹਾਂ। ਦੀਪ ਸਿੱਧੂ ਗੱਡੀ ਚਲਾ ਰਹੇ ਸੀ, ਉਹਨਾਂ ਦੇ ਨਾਲ ਇੱਕ ਫੀਮੇਲ ਐਕਟਰੈਸ ਸੀਗੀ ਰੀਨਾ ਰਾਏ, ਜੋ ਕਿ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੀ ਸੀ। ਉਹ ਪੈਸੇਂਜਰ ਸੀਟ ਵਿੱਚ ਬੈਠੀ ਹੋਈ ਸੀ ਅਤੇ ਜਿਸ ਤਰ੍ਹਾਂ ਦੀ ਪਿਕਚਰਾਂ, ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲ ਰਹੀਆਂ, ਇੱਕ ਇਸ ਚੀਜ਼ ਦਾ ਵੀ ਅਫਸੋਸ ਹੁੰਦਾ ਹੈ ਕਿ ਕੀ ਨੌਬਤ ਆ ਗਈ ਹੈ ਸੋਸ਼ਲ ਮੀਡੀਆ ਦੀ। ਮੈਂ ਤਾਂ ਮੀਡੀਆ ਕਹਿੰਦੇ ਹੋਏ ਵੀ ਮੈਨੂੰ ਨਫ਼ਰਤ ਹੁੰਦੀ ਹੈ ਉਹਨਾਂ ਦੇ ਨਾਲ ਜਿਨ੍ਹਾਂ ਨੇ ਇੱਕ ਬੰਦੇ ਦੇ ਉਹਦੀ ਮੌਤ ਦੇ ਵਿੱਚ ਵੀ ਉਹਨੂੰ ਚੈਨ ਨਹੀਂ ਲੈਣ ਦਿੱਤਾ। ਉਹਦੀ ਲਾਸ਼ ਦੇ ਅੱਗੇ ਜਾ ਕੇ ਪਿਕਚਰਾਂ ਖਿੱਚ ਰਿਹਾ ਹੈ ਅਤੇ ਉਹ ਪਿਕਚਰਾਂ ਪੋਸਟ ਕਰ ਰਿਹਾ ਹੈ ਕਿ ਸ਼ਾਇਦ ਇਹ ਪਿਕਚਰਾਂ ਵਾਇਰਲ ਹੋਣਗੀਆਂ। ਦੀਪ ਸਿੱਧੂ ਇੱਕ ਇਹੋ ਜਿਹਾ ਆਈਕਨ ਜਿਹਨੇ ਹਮੇਸ਼ਾ ਨਾ ਕਿ ਸਿਰਫ ਕਿਸਾਨ ਮੋਰਚੇ ਦੀ ਆਵਾਜ਼ ਚੁੱਕੀ, ਪੰਜਾਬ ਦੇ ਜੋ ਮਸਲੇ ਸੀਗੇ, ਜਿਨ ਮਸਲਿਆਂ 'ਤੇ ਕਿੰਨੇ ਦਹਾਕਿਆਂ ਤੋਂ ਵੱਡੇ ਵੱਡੇ ਬੁਲਾਰੇ ਆਪ ਦੀ ਆਵਾਜ਼ ਚੁੱਕ ਰਹੇ ਹੈ, ਉਹਨੇ ਵੀ ਆਵਾਜ਼ ਚੁੱਕੀ ਅਤੇ ਉਹਦੀ ਆਵਾਜ਼ ਨੂੰ ਅੱਜ ਖਾਮੋਸ਼ ਕੀਤਾ ਗਿਆ ਹੈ। ਇਸ ਚੀਜ਼ ਪਿੱਛੇ ਵੀ ਕਾਫੀ ਚਰਚਾ ਚੱਲ ਰਹੀ ਹੈ ਕਿ ਇਹੋ ਜਿਹਾ ਐਕਸੀਡੈਂਟ ਹੋਇਆ ਕਿੱਦਾਂ। ਇਨ ਪਿਕਚਰਾਂ ਕਰਕੇ ਪੂਰੀ ਦੁਨੀਆ ਨੂੰ ਅੱਜ ਦਿਖ ਗਿਆ ਹੈ ਕਿ ਜਿਸ ਹਾਲਾਤ ਦੇ ਵਿੱਚ ਦੀਪ ਸਿੱਧੂ ਦੀ ਗੱਡੀ ਸੀਗੀ, ਜਿਸ ਹਾਲਾਤ ਦੇ ਵਿੱਚ ਉਹਨਾਂ ਦੀ ਲਾਸ਼ ਪਾਈ ਗਈ, ਕਿ ਇਹੋ ਜਿਹਾ ਐਕਸੀਡੈਂਟ ਜਦੋਂ ਉਹ ਖੁਦ ਡਰਾਈਵ ਕਰ ਰਹੇ ਸੀ ਹੋ ਕਿੱਦਾਂ ਸਕਦਾ ਹੈ। ਇਹ ਕੋਈ ਇਤਫਾਕ ਸੀਗਾ, ਕੋਈ ਸਾਜ਼ਿਸ਼ ਸੀਗੀ, ਜਾਂ ਕੀ ਇਹ ਇੱਕ ਅਚਾਨਕ ਦੇ ਵਿੱਚ ਇੱਕ ਅਸਲ ਦਾ ਐਕਸੀਡੈਂਟ ਸੀਗਾ। ਇਹਦੇ ਵੀ ਸਵਾਲ ਉੱਠ ਰਹੇ ਹੈ। ਇਸ ਐਕਸੀਡੈਂਟ ਦੀ ਟਾਈਮਿੰਗ ਦੇ ਸਵਾਲ ਉੱਠ ਰਹੇ ਹੈ ਕਿ ਕੁਝ ਦਿਨਾਂ ਬਾਅਦ ਜੋ ਇਲੈਕਸ਼ਨ ਆਉਣ ਵਾਲਾ ਹੈ ਉਹਦੇ ਵਿੱਚ ਦੀਪ ਸਿੱਧੂ ਦੀ ਜੋ ਆਪ ਦੀ ਪਾਰਟਿਸਿਪੇਸ਼ਨ ਸੀਗੀ, ਪੋਲੀਟਿਕਲੀ ਜੋ ਐਕਟਿਵਿਜ਼ਮ ਸੀਗੀ, ਉਹਦਾ ਕੀ ਰੋਲ ਪਲੇ ਹੁੰਦਾ ਹੈ। ਅਤੇ ਅਲਟੀਮੇਟਲੀ ਜਿਸ ਯੂਥ ਨੂੰ ਦੀਪ ਸਿੱਧੂ ਨੇ ਇੰਸਪਾਇਰ ਕੀਤਾ ਸੀ,
ਜਿਨ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਇੱਕ ਵਾਰੀ ਫਿਰ ਪੰਜਾਬ ਦੇ ਸਾਰੇ ਮਸਲਿਆਂ ਬਾਰੇ ਪੈਦਾ ਕੀਤੀ ਸੀ, ਉਹਨੂੰ ਕੀ ਹੋਏਗਾ ਹੁਣ ਕਿ ਦੀਪ ਸਿੱਧੂ ਦੀ ਸ਼ਹੀਦੀ ਲੋਕਾਂ ਨੂੰ ਹੋਰ ਇੰਸਪਾਇਰ ਕਰੂਗੀ ਐਤਵਾਰ ਦੇ ਇਲੈਕਸ਼ਨਾਂ ਦੇ ਵਿੱਚ? ਕੀ ਉਹਨਾਂ ਦੀ ਲੈਗੇਸੀ ਇਸ ਇਲੈਕਸ਼ਨ ਦੇ ਵਿੱਚ ਵੇਖਣ ਨੂੰ ਮਿਲੇਗੀ? ਐਂਡ ਇਸ ਲੈਗੇਸੀ ਬਾਰੇ ਵੀ ਡਿਪੈਂਡ ਕਰਦਾ ਤੁਸੀਂ ਕਿਨ ਤੋਂ ਪੁੱਛਦੇ ਹੋ। ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ, ਜੋ 26 ਜਨਵਰੀ ਪਿਛਲੇ ਸਾਲ ਲਾਲ ਕਿਲ੍ਹਾ ਦੇ ਵਿੱਚ ਕਾਫੀ ਅਹਿੰਸਾ ਵੇਖਣ ਨੂੰ ਮਿਲੀ, ਉਸ ਅਹਿੰਸਾ ਨੂੰ ਲੈ ਕੇ ਦੀਪ ਸਿੱਧੂ ਕਾਫੀ ਕੋਰਟ ਕੇਸਿਸ ਦੇ ਵਿੱਚ ਇਨਵੋਲਵ ਸੀਗੇ, ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਟਾਈਮ ਕੱਟਣਾ ਪਿਆ, ਬਟ ਇਸ ਚੀਜ਼ ਨੇ ਉਹਨਾਂ ਨੂੰ ਰੋਕਿਆ ਨਹੀਂ, ਉਹਨਾਂ ਦੀ ਆਵਾਜ਼ ਨਹੀਂ ਖਾਮੋਸ਼ ਕੀਤੀ। ਅੱਜ ਜਦੋਂ ਇਸ ਪ੍ਰੋਗਰਾਮ ਲਈ ਰਿਸਰਚ ਕਰ ਰਹੇ ਸੀ, ਬਾਕੀ ਮੀਡੀਆ ਦੇ ਅਸੀਂ ਅਖਬਾਰਾਂ ਨੂੰ ਵੇਖ ਰਹੇ ਸੀ ਕਿ ਕੀ ਕੁਛ ਲਿਖਿਆ ਹੈ, ਕੁਛ ਇਹੋ ਜਿਹੀ ਨੈਸ਼ਨਲ ਮੀਡੀਆ ਇੰਡੀਆ ਦੇ ਵਿੱਚ ਉਹਨਾਂ ਨੇ ਸਿਰਫ ਤਾਂ ਸਿਰਫ ਹੈਡਲਾਈਨਸ ਦੇ ਵਿੱਚ ਇਹ ਕਿਹਾ, ਰਿਪਬਲਿਕ ਡੇ ਵਾਇਲੈਂਸ ਦੇ ਨਾਲ ਜੁੜਿਆ ਹੋਇਆ ਦੀਪ ਸਿੱਧੂ ਐਕਸੀਡੈਂਟ ਦੇ ਵਿੱਚ ਮਰ ਗਿਆ। ਬਾਰ-ਬਾਰ ਇਹ ਹੈਡਲਾਈਨਸ ਵੇਖਣ ਨੂੰ ਮਿਲੀਆਂ ਕਿ ਰਿਪਬਲਿਕ ਡੇ ਦੇ ਵਿੱਚ ਜੋ ਵਾਇਲੈਂਸ ਹੋਇਆ ਸੀ, ਉਹਦੇ ਪਿੱਛੇ ਜੋ ਵੱਡਾ ਹੱਥ ਸੀਗਾ ਦੀਪ ਸਿੱਧੂ ਦਾ, ਉਹ ਇਨਸਾਨ ਅੱਜ ਨਹੀਂ ਰਿਹਾ। ਬਾਰ-ਬਾਰ ਇਹ ਵੇਖਣ ਨੂੰ ਮਿਲਿਆ। ਇਹ ਹੈਡਲਾਈਨਸ ਅਸੀਂ ਤੁਹਾਡੇ ਨਾਲ ਨਹੀਂ ਸ਼ੇਅਰ ਕੀਤੀਆਂ। ਕੀ ਫਾਇਦਾ? ਸਾਨੂੰ ਪਤਾ ਹੈ ਕਿ ਉਹ ਜੋ ਵਾਇਲੈਂਸ ਸੀਗਾ ਉਹ ਵੀ ਇੱਕ ਬਨਾਵਟੀ ਪਿਕਚਰ ਦੁਨੀਆ ਅੱਗੇ ਰੱਖੀ ਗਈ ਸੀ, ਤੇ ਇਹ ਜੋ ਐਕਸੀਡੈਂਟ ਦੀ ਪਿਕਚਰ ਹੈਗੀ, ਅਸੀਂ ਇਹ ਕੁਝ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰ ਰਹੇ ਹਾਂ, ਬਟ ਇੱਕ ਕਾਮਨ ਕਰਟਸੀ ਹੁੰਦੀ ਹੈ, ਇੱਕ ਇਨਸਾਨੀਅਤ ਕਰਕੇ ਉਨ ਚੀਜ਼ਾਂ ਨੂੰ ਅਸੀਂ ਬਲਰ ਆਊਟ ਕੀਤਾ ਹੋਇਆ ਜੋ ਕਿਸੇ ਦੇ ਨਾਲ ਵੀ ਨਹੀਂ ਸ਼ੇਅਰ ਕਰਨੀਆਂ ਚਾਹੀਦੀਆਂ। ਤੁਸੀਂ ਸਕਰੀਨ 'ਤੇ ਵੇਖ ਸਕਦੇ ਹੋ ਇਹ ਪਿਕਚਰਾਂ ਜੋ ਬਲਰ ਆਊਟ ਕੀਤੀਆਂ ਹੋਈਆਂ, ਇਹਨਾਂ ਦੀ ਖੁੱਲ੍ਹੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਵੇਰ ਤੋਂ ਹੀ ਪੋਸਟ ਕੀਤੀਆਂ ਹੋਈਆਂ। ਮੈਨੂੰ ਤਾਂ ਹਾਲੇ ਵੀ ਹੈਰਾਨੀ ਹੁੰਦੀ ਹੈ ਉਨ ਇਨਸਾਨਾਂ 'ਤੇ ਜਿਨ੍ਹਾਂ ਨੇ ਆਪਣਾ ਫੋਨ ਕੱਢਿਆ ਅਤੇ ਇਹ ਤਸਵੀਰਾਂ ਖਿੱਚੀਆਂ ਅਤੇ ਪੋਸਟ ਕੀਤੀਆਂ। ਅੱਜ ਅਸੀਂ ਇਨ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ। ਇੱਕ ਵਾਰੀ ਫਿਰ ਇੱਕ ਸ਼ਰਧਾਂਜਲੀ, ਇੱਕ ਟ੍ਰਿਬਿਊਟ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਇਸ ਹਾਦਸੇ ਬਾਰੇ ਜੋ ਕੁਝ ਜਾਣਕਾਰੀ ਸਾਡੇ ਨਾਲ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਸ ਕਿਸਮ ਦੇ ਅਫਸੋਸ ਹੋਰਾਂ ਨੇ, ਭਾਵੇਂ ਉਹ ਪੋਲੀਟੀਸ਼ੀਅਨਸ ਹੋਣ, ਸੈਲੀਬ੍ਰਿਟੀਜ਼ ਹੋਣ, ਪ੍ਰੋਮੀਨੈਂਟ ਹਸਤੀਆਂ ਹੋਣ, ਉਹਨਾਂ ਨੇ ਜੋ ਸ਼ੇਅਰ ਕੀਤੇ ਦੀਪ ਸਿੱਧੂ ਦੀ ਇਸ ਟ੍ਰੈਜਿਕ ਡੈਥ ਉੱਤੇ, ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ। ਅਤੇ ਜਿਸ ਪਾਰਟੀ ਦੇ ਨਾਲ ਉਹ ਜੁੜ ਕੇ ਇਨ ਇਲੈਕਸ਼ਨਾਂ ਦੇ ਵਿੱਚ ਆਪ ਦੀ ਆਵਾਜ਼ ਚੱਕ ਰਹੇ ਸੀ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਤੁਸੀਂ ਵੀ ਆਪ ਦੇ ਵਿਚਾਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਸਕਦੇ ਹੋ। ਲਾਈਵ ਤੁਹਾਡੇ ਨਾਲ ਜੁੜੇ ਹਾਂ, ਫੋਨ ਲਾਈਨਸ ਖੁੱਲ੍ਹੀਆਂ ਹੈਗੀਆਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਗੈਸਟ ਵੀ ਸਾਨੂੰ ਜੁਆਇਨ ਕਰ ਰਹੇ। ਤੁਸੀਂ ਵੀ ਇਸ ਕਨਵਰਸੇਸ਼ਨ ਵਿੱਚ ਜ਼ਰੂਰ ਹਿੱਸਾ ਲਵੋ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਲਾਈਵ ਤੁਹਾਡੇ ਨਾਲ ਜੁੜੇ ਹਾਂ ਅਤੇ ਦੀਪ ਸਿੱਧੂ ਦੇ ਟ੍ਰੈਜਿਕ ਐਕਸੀਡੈਂਟ ਦੀ, ਦੇਹਾਂਤ ਦੀ ਅੱਜ ਗੱਲ ਕਰ ਰਹੇ ਹਾਂ। ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਇੱਕ ਅਫਸੋਸ ਅਤੇ ਇੱਕ ਦੁਖੀ ਮਨ ਦੇ ਨਾਲ। ਨਾ ਕਿ ਸਿਰਫ ਇਸ ਨਿਊਜ਼ ਦੇ ਉੱਤੇ ਸਾਨੂੰ ਅਫਸੋਸ ਮਹਿਸੂਸ ਹੋ ਰਿਹਾ, ਬਟ ਜਿਸ ਤਰ੍ਹਾਂ ਇਹਦੀ ਕਵਰੇਜ ਇੰਡੀਆ ਤੋਂ ਨਿਕਲ ਕੇ ਆ ਰਹੀ ਹੈ, ਉਹਦੇ ਉੱਤੇ ਵੀ ਅਸੀਂ ਅੱਜ ਥੋੜ੍ਹੀ ਜਿਹੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ। ਸਾਡੇ ਨਾਲ ਜੁੜੇ ਹਨ ਸਾਡੇ ਆਪਣੀ ਕਮਿਊਨਿਟੀ ਤੋਂ, ਇੱਥੋਂ ਈਸਟ ਕੋਸਟ ਤੋਂ, ਬੂਟਾ ਸਿੰਘ ਖਰੋੜ ਜੀ। ਸਭ ਤੋਂ ਪਹਿਲੇ ਬੂਟਾ ਸਿੰਘ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਬੂਟਾ ਸਿੰਘ ਜੀ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਵਿੱਚ। ਤੁਸੀਂ ਕਾਫੀ ਕਰੀਬੀ ਦੇ ਨਾਲ ਨਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਵੱਖ-ਵੱਖ ਨੁਮਾਇੰਦਿਆਂ ਦੇ ਨਾਲ ਕੰਮ ਕਰਦੇ ਹੋ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ, ਬਟ ਦੀਪ ਸਿੱਧੂ ਵੀ ਜਿੱਥੇ ਕਾਫੀ ਕਲੋਜ਼ਲੀ ਕੰਮ ਕਰ ਰਹੇ ਸੀ, ਤੁਹਾਡੀ ਵੀ ਇਸ ਨਿਊਜ਼ ਨੂੰ ਲੈ ਕੇ ਕਾਫੀ ਇਨਪੁਟ ਹੈਗੀ। ਸਭ ਤੋਂ ਪਹਿਲੇ ਤਾਂ ਬੂਟਾ ਸਿੰਘ ਜੀ, ਕਿਹੋ ਜਿਹਾ ਲੋਸ ਪੰਜਾਬ ਦੇ ਜੋ ਯੂਥ, ਪੰਜਾਬ ਦੇ ਜੋ ਮਸਲਿਆਂ ਦੀ ਆਵਾਜ਼ ਨੂੰ ਉਠਾਉਣ ਵਾਲਾ ਇੱਕ ਬੁਲਾਰਾ ਸੀਗਾ, ਉਹਨਾਂ ਦੇ ਲੋਸ ਦੇ ਬਾਰੇ ਅੱਜ ਸਾਨੂੰ ਦੱਸੋ। ਕਿਹੋ ਜਿਹਾ ਮਾਹੌਲ ਬਣਿਆ ਹੋਇਆ ਪਾਰਟੀ ਦੇ ਵਿੱਚ ਅਤੇ ਕਮਿਊਨਿਟੀ ਦੇ ਵਿੱਚ ਦੀਪ ਸਿੱਧੂ ਦੀ ਡੈਥ ਨੂੰ ਲੈ ਕੇ? ਅਸ਼ਮੀਤਾ ਜੀ,
ਅੱਜ ਪੂਰਾ ਮੈਂ ਖੁਦ ਬੜਾ ਸਦਮੇ ਦੇ ਵਿੱਚ ਹਾਂ ਮਾਈਸੈਲਫ, ਤੇ ਮੈਂ ਸਮਝਦਾ ਕਿ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਬਹੁਤ ਵੱਡੇ ਸਦਮੇ ਦੇ ਵਿੱਚ ਹੈ। ਪੰਜਾਬ ਨੂੰ ਬਹੁਤ ਸਾਲਾਂ ਬਾਅਦ ਕੋਈ ਇਦਾਂ ਦਾ ਨੌਜਵਾਨ ਆਗੂ ਮਿਲਿਆ ਸੀ, ਤੇ ਜਿਹਦਾ ਸਮਝਾਉਣ ਦਾ ਤਰੀਕਾ ਵੱਖਰਾ ਸੀ, ਜਿਹਦੀ ਗੱਲ ਦਾ ਅਸਰ ਸੀ। ਤੁਸੀਂ ਵੇਖੋ ਕਿ ਉਹਨਾਂ ਨੇ ਪਿੱਛੇ 3 ਦਿਨ ਅਮਰਗੜ੍ਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹਲਕੇ ਚ ਲਾਏ, ਜੀ ਇੱਕ ਦਿਨ ਉਹਨਾਂ ਨੇ ਫਤਿਹਗੜ੍ਹ ਸਾਹਿਬ ਸਰਦਾਰ ਅਮਾਨ ਸਿੰਘ ਮਾਨ ਦੇ ਹਲਕੇ ਚ ਲਾਇਆ। ਤੇ ਮੈਂ ਸਮਝਦਾ ਕਿ ਉਸ ਨੌਜਵਾਨ ਨੇ ਪੂਰਾ ਸੋਸ਼ਲ ਮੀਡੀਆ ਤੇ ਰਾਜ ਕੀਤਾ, ਤੇ ਉਹਦੇ ਜਾਣ ਦਾ ਘਾਟ ਜਿਹੜੀ ਆ ਉਹ ਬੜੀ ਭਰਪਾਈ ਬੜੀ ਔਖੀ ਹੋਊਗੀ ਉਹਨਾਂ ਦੇ ਜਾਣ ਦੀ। ਸੋ ਮੈਂ ਸਮਝਦਾ ਕਿ ਉਹ ਬਹੁਤ ਗੱਲਾਂ ਦੀ ਇੰਡੀਕੇਸ਼ਨ ਜਿਹੜਾ ਹੈਗਾ, ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਉਹ ਤੋਂ ਪਹਿਲਾਂ ਵੀ ਉਹ ਕਰ ਗਏ ਸੀਗੇ। ਸਾਰਾ ਸੋਸ਼ਲ ਮੀਡੀਆ ਤੇ ਮੌਜੂਦ ਹੈ। ਈਵਨ ਜਦੋਂ ਉਹਨਾਂ ਦੀ ਇੰਟਰੋਗੇਸ਼ਨ ਹੋਈ ਆ, ਜੋ ਮੈਨੂੰ ਸਮਝ ਕਿਤੇ ਨਾ ਕਿਤੇ ਇਹ ਗੱਲਾਂ ਦੀ ਇੰਡੀਕੇਸ਼ਨ ਵੀ ਉਹਨਾਂ ਨੂੰ ਦਿੱਤੀ ਗਈ ਸੀ, ਪਰ ਦੀਪ ਸਿੱਧੂ ਜਿਹੜਾ ਉਹ ਆਪਣੇ ਇਰਾਦੇ ਦਾ ਪੱਕਾ ਨਿਕਲਿਆ। ਉਹਨੇ ਇਹ ਕਿਹਾ ਵੀ ਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਮੌਤ ਵੀ ਗੱਲ ਲਾਉਣੀ ਪੈਂਦੀ ਆ, ਤੇ ਮੈਂ ਲਾਉਂਗਾ। ਸੋ ਮੈਂ ਤਾਂ ਸਮਝਦਾ ਕਿ 26 ਜਨਵਰੀ ਨੂੰ ਜਿਹੜੇ ਉਹਨਾਂ ਨੂੰ ਕਦੇ ਸਰਟੀਫਿਕੇਟ ਦੇ ਦਿੱਤੇ, ਕਦੇ ਕੁਛ ਦੇ ਦਿੱਤਾ, ਜਿਹੜੇ ਸੰਘਰਸ਼ ਹੁੰਦੇ ਨੇ, ਉਹ ਸੰਘਰਸ਼ਾਂ ਦੇ ਵਿੱਚ ਜਿਹੜੀ ਨੌਜਵਾਨੀ ਹੁੰਦੀ, ਉਹ ਰੂਹ ਹੁੰਦੀ ਸੰਘਰਸ਼ਾਂ ਦੀ। ਜਦੋਂ ਜੋ ਸੰਘਰਸ਼ਾਂ ਦੇ ਚੋਂ ਨੌਜਵਾਨੀ ਨਿਕਲਦੀ ਆ, ਫਿਰ ਉਹ ਸੰਘਰਸ਼ ਰਹਿੰਦੇ ਨਹੀਂ, ਉਹ ਫਿਰ ਫਿੱਕੇ ਪੈ ਜਾਂਦੇ ਆ। ਸੋ ਤੁਸੀਂ ਦੇਖ ਲਓ 26 ਤੋਂ ਬਾਅਦ ਇੰਡੀਅਨ ਸਟੇਟ ਨੇ ਕਦੇ ਵੀ ਕਿਸਾਨਾਂ ਦੇ ਨਾਲ ਕੋਈ ਆਫਰ ਨਹੀਂ ਸੀ ਕੀਤੀ। ਉਹ ਤਾਂ ਇੰਟਰਨੈਸ਼ਨਲ ਪ੍ਰੈਸ਼ਰ ਰਿਹਾ। ਤੁਹਾਨੂੰ ਸਾਰਾ ਪਤਾ, ਤੁਸੀਂ ਉੱਥੇ ਮੌਜੂਦ ਰਹੇ ਆ, ਕਿ ਅਮਰੀਕਾ ਦੇ ਸਿਸਟਮ ਨੇ ਸਾਡੇ ਸਟੇਟ ਦੇ ਜਿਹੜੇ ਸੈਨੇਟਰ ਨੇ, ਬਾਬ ਮਨੈਂਡਸ, ਜਿਹੜੇ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਨੇ, ਉਹਨਾਂ ਦਾ ਰੋਲ, ਯੂਨਾਈਟਿਡ ਨੇਸ਼ਨ ਦਾ ਰੋਲ, ਸਟੇਟ ਡਿਪਾਰਟਮੈਂਟ ਦਾ ਰੋਲ, ਤੇ ਲੋਕਾਂ ਦਾ ਆਪਣਾ ਰੋਲ ਬਹੁਤ ਵੱਡਾ ਸੀ। ਦਬਾਅ ਸੀ, ਮੂਹਰੇ ਇਲੈਕਸ਼ਨ ਸੀਗੇ। ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਦੀਪ ਸਿੱਧੂ ਦੀ ਜਿਹੜਾ ਲਾਸਟ ਹੈ, ਉਹਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਮੈਂ ਤੁਹਾਨੂੰ ਐਗਜ਼ਾਮਪਲ ਦੱਸਣਾ ਚਾਹੁੰਦਾ ਕਿ ਅਮਰਗੜ੍ਹ ਹਲਕੇ ਦੇ ਸਿਕਸਰਸ ਦੇ ਸਪੋਰਟਰ ਸੀ। ਉਹ ਕਹਿੰਦੇ ਸੀ ਮੈਂ ਦੀਪ ਸਿੱਧੂ ਨੂੰ ਲੈ ਕੇ ਆਓ, ਸਾਡੇ ਪਿੰਡ ਬੁਲਾਓ, ਅਸੀਂ ਸਾਰੇ ਪਰਿਵਾਰ ਹੀ ਤੁਹਾਡੇ ਨਾਲ ਤੁਰਾਂਗੇ। ਇਸ ਲੈਵਲ ਦਾ ਉਹਦਾ ਇੰਪ੍ਰੈਸ਼ਨ ਬਣ ਗਿਆ ਸੀ। ਸੋ ਮੈਂ ਸਮਝਦਾ ਕਿ ਅੱਜ ਸਾਰੀ ਜਿਹੜੀ ਨੌਜਵਾਨੀ ਹੈ ਪੰਜਾਬ ਦੀ ਵੀ, ਬਾਹਰਲੀ ਵੀ, ਉਹ ਬਹੁਤ ਵੱਡੇ ਸਦਮੇ 'ਚ ਹੈ। ਕੋਈ ਗੱਲ ਨਹੀਂ, ਅਸੀਂ ਇਸ ਸਦਮੇ ਤੋਂ ਬਾਹਰ ਵੀ ਜਾਵਾਂਗੇ, ਕਿਉਂਕਿ ਜਿੱਥੇ ਖਾਲਸਾ ਪੰਥ ਨੇ, ਕੌਮ ਨੇ ਵੱਡੇ ਵੱਡੇ ਸਦਮੇ ਵੇਖੇ ਨੇ, ਅਸੀਂ ਕੋਪਰ ਹੀੜੇ ਵੀ ਵੇਖੇ ਨੇ, ਘੱਲੂਘਾਰੇ ਤੇ ਆਨੰਦਪੁਰ ਸਾਹਿਬ ਦਾ ਪੈਂਡਾ ਵੀ ਦੇਖਿਆ ਹੋਇਆ, ਚਮਕੌਰ ਦੀ ਕੱਚੀ ਗੜੀ ਵੀ ਵੇਖੀ ਹੋਈ ਆ। ਤੇ ਉਹ ਸਾਡੀ ਨੌਜਵਾਨੀ ਫਿਰ ਉੱਠੂਗੀ, ਜਿਹੜੀ ਲੈਗਸੀ, ਜਿਹੜੀ ਸੋਚ ਉਹ ਦੇਖੇ ਗਿਆ, ਤੇ ਉਹ ਸੋਚ ਨੂੰ ਜਿਉਂਦਾ ਰੱਖਣਾ ਹੀ ਅੱਜ ਉਹਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਬਾਕੀ ਘਾਟਾ ਉਹਨਾਂ ਦਾ ਬਿਲਕੁਲ ਨਹੀਂ ਪੂਰਾ ਹੋਣਾ। ਤੇ ਸਾਡੇ ਬੰਦੇ ਦਿੱਲੀ ਪਹੁੰਚੇ ਹੋਏ ਨੇ, ਉਹਨਾਂ ਦਾ ਪੋਸਟਮਾਰਟਮ ਜਿਹੜਾ ਹੁਣ ਹੋ ਰਿਹਾ, ਤੇ ਮੇਰਾ ਖਿਆਲ 10 ਕੁ ਵਜੇ ਤੱਕ ਕੰਪਲੀਟ ਹੋ ਜਾਊਗਾ। ਉਹਨਾਂ ਤੋਂ ਬਾਅਦ ਜਿਹੜਾ ਉਹਨਾਂ ਦਾ ਸਰੀਰ ਹੈ, ਜਿਹੜਾ ਉਹ ਸ਼ੰਭੂ ਬਾਰਡਰ ਤੇ ਲਿਜਾਇਆ ਜਾਊਗਾ। ਉੱਥੇ ਵੱਡਾ ਇਕੱਠ ਹੋ ਰਿਹਾ, ਤੇ ਜਿੱਥੇ ਉਹਨਾਂ ਨੇ ਮੋਰਚਾ ਲਾਇਆ ਸੀ, ਉਸ ਤੋਂ ਬਾਅਦ ਲੁਧਿਆਣੇ ਰਵਾਨਗੀ ਹੋ ਗਈ। ਜੀ ਇਸ ਤਰ੍ਹਾਂ ਦਾ ਪ੍ਰੋਗਰਾਮ ਇਹ ਵੀ ਹੈ। ਜੀ ਬੂਟਾ ਸਿੰਘ ਜੀ, ਤੁਸੀਂ ਇਸ ਲੈਗੇਸੀ ਦੀ ਗੱਲ ਕੀਤੀ ਹੈ, ਸ਼ੰਭੂ ਬਾਰਡਰ ਦੀ ਗੱਲ ਕੀਤੀ ਹੈ। ਉਹ ਦਿਨ ਸਾਨੂੰ ਸਾਰਿਆਂ ਨੂੰ ਯਾਦ ਹੈ ਜਦੋਂ ਇਹ ਮੋਰਚਾ ਦਿੱਲੀ ਵੱਲ ਪਹਿਲੇ ਤੁਰਿਆ ਸੀ, ਕਿ ਸ਼ੰਭੂ ਬਾਰਡਰ ਦੀ ਕੀ ਅਹਿਮੀਅਤ ਸੀਗੀ। ਉਸ ਬਾਰਡਰ ਨੂੰ ਪਹੁੰਚਣਾ, ਉੱਥੇ ਬੈਰੀਕੇਡਸ ਪਾਰ ਕਰਨੇ, ਉੱਥੇ ਜੋ ਐਫਰਟਸ ਰਹੀਆਂ ਦੀਪ ਸਿੱਧੂ ਦੀ, ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ, ਸਾਨੂੰ ਇੱਕ ਵਾਰੀ ਯਾਦ ਦਿਲਾਓ ਕਿ ਕੀ ਅਹਿਮੀਅਤ ਸੀਗੀ ਉਸ ਟਾਈਮ ਦੀਪ ਸਿੱਧੂ ਦਾ ਉੱਥੇ ਪਹੁੰਚ ਕੇ, ਜਿੰਨੀ ਵੋਕਲ ਤਰੀਕੇ ਦੇ ਨਾਲ, ਖਾਸ ਕਰਕੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਇਸ ਮੋਰਚੇ ਦੇ ਹੱਕ ਦੇ ਵਿੱਚ ਉਸ ਦਿਨ ਤੋਂ ਆਵਾਜ਼ ਚੁੱਕੀ, ਉਹਦੀ ਕੀ ਇੰਪੋਰਟੈਂਸ ਸੀਗੀ? ਮੈਂ ਸਮਝਦਾ ਜੀ ਇਹ ਕੋਈ ਗੁਰੂ ਨੇ ਕ੍ਰਿਸ਼ਮਾ ਦਿੱਤਾ। ਐਡਾ ਵੱਡਾ ਕੈਰੀਅਰ ਛੱਡ ਕੇ ਉਹਨੇ ਬੇਸਿਕਲੀ ਜਿਹੜਾ ਸਟਰਗਲ ਚੱਲਦੀ ਸੀ ਕਿਸਾਨੀ ਦੀ, ਉਹ ਵਿਦਨ ਪੰਜਾਬ ਸੀਗੀ। ਜਦੋਂ ਦੀਪ ਸਿੱਧੂ ਨੇ ਮੋਰਚਾ ਲਿਆ ਕੇ ਸ਼ੰਭੂ ਬਾਰਡਰ ਤੇ ਠੋਕ ਦਿੱਤਾ, ਤੇ ਬਹੁਤ ਵੱਡੀ ਜਾਗਰੂਕਤਾ ਪੰਜਾਬ ਦੇ ਵਿੱਚ ਨੌਜਵਾਨਾਂ 'ਚ ਪੈਦਾ ਹੋਈ। ਤੇ ਮੈਂ ਸਮਝਦਾ ਜੇ ਦਿੱਲੀ ਦੇ ਬਰੂਹਾਂ ਦੇ ਉੱਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਮੋਰਚੇ ਨੂੰ, ਤੇ ਉਹ ਦੀਪ ਸਿੱਧੂ ਦਾ ਬਹੁਤ ਵੱਡਾ ਹਿੱਸਾ ਸੀ। ਉਹ ਨੌਜਵਾਨੀ ਸੀ ਜਿਹੜੀ ਖਿੱਚ ਕੇ ਉੱਥੇ ਲੈ ਗਈ। ਤੇ ਮੇਰਾ ਖਿਆਲ ਹੈ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਦੀਪ ਦਾ ਨਾਂ ਹਮੇਸ਼ਾ ਜਾਣਿਆ ਜਾਊਗਾ। ਕਿਸਾਨੀ ਸੰਘਰਸ਼ ਵਾਸਤੇ ਵੀ, ਪੰਜਾਬ ਦੇ ਹੱਕਾਂ ਵਾਸਤੇ ਵੀ, ਪੰਜਾਬ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਵੀ ਉਹ ਬੋਲ ਕੇ ਗਿਆ ਜਾਣ ਤੋਂ ਪਹਿਲਾਂ। ਤੇ ਸਾਡਾ ਹਮੇਸ਼ਾ ਮੱਥਾ ਥੜਕਦਾ ਸੀ ਕਿ ਇਹ ਨੌਜਵਾਨ ਜਿਹੜੀਆਂ ਗੱਲਾਂ ਕਰ ਰਿਹਾ, ਤੇ ਇਹਦੇ ਤੇ ਗੁਰੂ ਸਾਹਿਬ ਮਿਹਰ ਰੱਖਣ। ਪਰ ਸਾਨੂੰ ਕਦੇ ਵੀ ਨਹੀਂ ਸੀ ਪਤਾ ਕਿ ਇਸ ਤਰੀਕੇ ਦਾ ਜਿਹੜਾ ਭਾਣਾ ਵਰਤ ਜਾਵੇਗਾ। ਸੋ ਮੈਂ ਸਮਝਦਾ ਕਿ ਜਿਹੜੀ ਉਹਨਾਂ ਦੀ ਮੌਤ ਹੈ,
ਇਹਦੀ ਇੱਕ ਇਨਕੁਆਇਰੀ ਹੋਣੀ ਚਾਹੀਦੀ ਆ, ਭਾਵੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਇਹਨਾਂ ਦੀ ਇਨਕੁਆਇਰੀ ਬਿਠਾ ਲੈਣ। ਹੋ ਸਕਦਾ ਕੱਲ ਨੂੰ ਸਾਡੀ ਸਾਰੇ ਮੁਲਕਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਹੋ ਰਹੀ 4 ਵਜੇ ਕੱਲ ਸ਼ਾਮ ਨੂੰ, ਜੀ ਤੇ ਉਹਦੇ ਵਿੱਚ ਫੈਸਲਾ ਕੀਤਾ ਜਾਊਗਾ ਕਿ ਇਸ ਕੇਸ ਨੂੰ ਕੋਈ ਇੰਟਰਨੈਸ਼ਨਲ ਪੱਧਰ ਤੇ ਅਸੀਂ ਕਿਵੇਂ ਉਠਾ ਸਕਦੇ ਹਾਂ। ਜੀ ਸੋ ਇਹ ਕੋਈ ਨਾਰਮਲ ਐਕਸੀਡੈਂਟ ਨਹੀਂ, ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਜੀ ਜਿਹੜੀਆਂ ਗੱਲਾਂ ਉਹ ਪਹਿਲਾਂ ਜ਼ਾਹਰ ਵੀ ਕਰ ਚੁੱਕੇ ਨੇ ਆਪਣੇ ਸਮੇਂ ਤੋਂ ਪਹਿਲਾਂ। ਜੀ ਬੂਟਾ ਸਿੰਘ ਜੀ, ਕਾਲਰਸ ਨੂੰ ਅਸੀਂ ਓਪਨ ਇਨਵੀਟੇਸ਼ਨ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿੱਤਾ ਤਾਂ ਕਿ ਉਹ ਵੀ ਆਪ ਦੇ ਮੈਸੇजेस, ਆਪ ਦਾ ਅਫਸੋਸ ਸਾਡੇ ਨਾਲ ਸ਼ੇਅਰ ਕਰਨ ਸਕਣ। ਉਹਨਾਂ ਤੋਂ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲਾਈਵ ਜੁੜੇ ਹੋਏ ਹੋ ਸਾਡੇ ਨਾਲ ਗੈਸਟ ਦੇ ਨਾਲ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਸਿਰਫ ਇਹ ਕਹਿਣਾ ਚਾਹੁੰਦਾ, ਪਹਿਲਾਂ ਬੜਾ ਅਫਸੋਸ ਹੈ ਕਿ ਸਿੱਧੂ ਸਾਹਿਬ ਦੀ ਡੈਥ ਦਾ, ਜੀ ਤੇ ਸਭ ਤੋਂ ਜਿਹੜੀ ਗੱਲ ਤੁਸੀਂ ਵਿੱਚ ਸ਼ੁਰੂ ਕੀਤੀ ਜੋੜੀ ਸੀ, ਤੇ ਉੱਥੇ ਇੰਡੀਆ ਪੰਜਾਬ 'ਚ ਮੀਡੀਆ ਵੀ ਕਿਸੇ ਨੇ ਹਿੰਟ ਦਿੱਤਾ ਸੀ ਕਿ ਇਹ ਐਕਸੀਡੈਂਟ ਹੈ ਜਾਂ ਕਿਸ ਤਰੀਕੇ ਨਾਲ ਕੋਈ ਸਾਜ਼ਿਸ਼ ਹੈ। ਤੁਸੀਂ ਵੀ ਗੱਲ ਵਿੱਚ ਕੀਤੀ ਸੀ, ਤੇ ਇਹਦੇ ਵਿੱਚ ਕਿਉਂਕਿ ਇੱਕ ਚੀਜ਼ ਕਲੀਅਰ ਨਜ਼ਰ ਆ ਰਹੀ ਹੈ ਕਿ ਉਹ ਹਾਈਵੇ ਬੜਾ ਆਮ ਹਾਈਵੇ ਹੈਗਾ, ਵੱਡਾ ਹਾਈਵੇ ਹੈਗਾ। ਉੱਥੇ ਟ੍ਰੇਲਰ ਦਾ ਖੜਾ ਹੋਣਾ ਹਾਈਵੇ ਦੇ ਵਿੱਚ ਇੰਨੀ ਸਪੀਡ ਤੇ ਜਿਸ ਗੱਡੀਆਂ ਆਉਂਦੀਆਂ, ਉਹਦੇ ਪਿੱਛੇ ਕੀ ਰਾਜ ਸੀ? ਉਹਦੇ ਪਿੱਛੇ ਜੇ ਹੁਣ ਇੰਡੀਪੈਂਡੈਂਟ ਕੋਈ ਇਨਕੁਆਇਰੀ ਹੋਵੇ, ਜੇ ਬਿਨਾਂ ਕਿਸੇ ਦੇ ਇਨਫਲੂਐਂਸ ਦੇ ਵਿੱਚ ਹੋਵੇ, ਤੇ ਇਹ ਵੀ ਜਿਹੜੀ ਗੱਲ ਕਿਤੇ ਚੱਲੀ ਹੈ ਇਹਦਾ ਵੀ ਜਵਾਬ ਮਿਲ ਜਾਏ ਕਿ ਇਹ ਇਸ ਤਰ੍ਹਾਂ ਕਿਉਂ, ਉਸ ਟ੍ਰੇਲਰ ਜਿਹੜਾ ਉੱਥੇ ਕਿਉਂ ਉਸ ਟਾਈਮ ਤੇ ਖੜਾ ਸੀ, ਇਹਦੇ ਪਿੱਛੇ ਕਿਸੇ ਦੀ ਸਾਜ਼ਿਸ਼ ਤੇ ਨਹੀਂ, ਇਹਦੇ ਵਿੱਚ ਇਹਦੀ ਡੈਥ ਦੇ ਵਿੱਚ ਕਿੰਨਾਂ ਨੂੰ ਫਾਇਦਾ ਹੋਣ ਵਾਲਾ ਸੀ ਜਾਂ ਕਿੰਨਾਂ ਨੂੰ ਨੁਕਸਾਨ ਹੋਣ ਵਾਲਾ ਸੀ, ਉਹਦੀ ਗੱਲ ਵੀ ਥੋੜੀ ਇਹਨਾਂ ਕੋਲੋਂ ਜਾਣਕਾਰੀ ਲਈ ਜਾਵੇ। ਬਿਲਕੁਲ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਜੋ ਸਾਰੇ ਦੀਪ ਸਿੱਧੂ ਦੇ ਤੇ ਦੀਪ ਸਿੱਧੂ ਜਿਨ ਕਾਜ਼ਸ ਲਈ ਆਪ ਦੀ ਆਵਾਜ਼ ਚੁੱਕਦੇ ਸੀ, ਉਹਨਾਂ ਦੇ ਨਾਲ ਲਗਾਵ ਰੱਖਦੇ ਆ, ਸਾਰੇ ਹੀ ਇਹੀ ਚਾਹਣਗੇ ਕਿ ਇੱਕ ਇੰਡੀਪੈਂਡੈਂਟ ਇਨਕੁਆਇਰੀ ਹੋਏ ਇਸ ਐਕਸੀਡੈਂਟ ਨੂੰ ਲੈ ਕੇ। ਬੂਟਾ ਸਿੰਘ ਜੀ, ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ, ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ, ਤੁਸੀਂ ਵੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਤੁਹਾਡੀ ਕਾਲਸ ਚੁੱਕਾਂਗੇ ਤੇ ਗੱਲ ਇਸੇ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਇੱਕ ਵਾਰੀ ਫਿਰ ਤੁਹਾਡੇ ਨਾਲ ਮੁੜ ਹਾਜ਼ਰ ਹੋਏ ਹਾਂ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਅਫਸੋਸ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੀਪ ਸਿੰਘ ਸਿੱਧੂ, ਜੋ ਕਿ ਪੰਜਾਬ ਦੇ ਵਿੱਚੋਂ ਨਿਕਲਿਆ ਹੋਇਆ ਕਿਸਾਨ ਮੋਰਚਾ ਸੀਗਾ, ਉਹਦੀ ਇੱਕ ਬੁਲੰਦ ਆਵਾਜ਼ ਸੀਗੇ। ਉਹ ਦੀਪ ਸਿੱਧੂ ਜੋ ਮੋਰਚੇ ਤੋਂ ਬਾਅਦ ਵੀ ਪੰਜਾਬ ਦੇ ਵੱਖ-ਵੱਖ ਮਸਲਿਆਂ ਲਈ, ਜੋ ਅਸੀਂ ਕਹਿ ਸਕਦੇ ਹਾਂ ਜਿੱਥੇ ਇੱਕ ਮੋਰਚਾ ਉਨ ਮਸਲਿਆਂ ਦੀ ਇੱਕ ਹਕੀਕਤ ਸੀਗੀ, ਜੋ ਜੜ ਹੈਗੀ ਉਨ ਮਸਲਿਆਂ ਦੀ, ਉਹਦੇ ਬਾਰੇ ਗੱਲ ਕਰਨ ਵਾਲੇ ਦੀਪ ਸਿੱਧੂ ਸਾਡੇ ਨਾਲ ਨਹੀਂ ਰਹੇ। ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਕੱਲ੍ਹ ਰਾਤੀ ਮੌਤ ਹੋ ਗਈ। ਇਸ ਐਕਸੀਡੈਂਟ ਨੂੰ ਲੈ ਕੇ ਵੱਡੇ ਸਵਾਲ ਉੱਠਦੇ ਹੈ, ਖਾਸ ਕਰਕੇ ਕਿ ਕਿਸ ਤਰ੍ਹਾਂ ਇਹੋ ਜਿਹਾ ਐਕਸੀਡੈਂਟ ਹੋਇਆ ਜਿੱਥੇ ਦੀਪ ਸਿੱਧੂ ਆਪ ਗੱਡੀ ਚਲਾ ਰਹੇ ਸੀ, ਇਹੋ ਜਿਹੇ ਹਾਈਵੇ 'ਤੇ ਜਿਸ ਤਰ੍ਹਾਂ ਟਰੱਕ ਉਹ ਖੜਿਆ ਹੋਇਆ ਸੀਗਾ ਹਾਈਵੇ ਦੇ ਵਿੱਚ, ਦੀਪ ਸਿੱਧੂ ਦੀ ਗੱਡੀ ਜਾ ਕੇ ਵੱਜੀ। ਇਹ ਕੋਈ ਅਚਾਨਕ ਕੋਈ ਇਤਫਾਕ ਤੌਰ 'ਤੇ ਹੋਇਆ ਜਾਂ ਇਹਦੇ ਪਿੱਛੇ ਕੋਈ ਹੋਰ ਕੰਸਪੀਰੇਸੀ ਸੀਗੀ? ਇਨ ਚੀਜ਼ਾਂ ਬਾਰੇ ਤੇ ਲੌਂਗ ਟਰਮ ਕੀ ਇੰਪੈਕਟ ਹੋਏਗਾ ਇਸ ਲਾਸ ਦਾ, ਇਸ ਟ੍ਰੈਜੇਡੀ ਦਾ, ਉਹਦੇ ਬਾਰੇ ਗੱਲ ਕਰਨ ਲਈ ਇੱਕ ਵਾਰੀ ਫਿਰ ਗੈਸਟ ਸਾਡੇ ਨਾਲ ਜੁੜੇ ਹਨ, ਬੂਟਾ ਸਿੰਘ ਖਰੋੜ ਜੀ। ਬੂਟਾ ਸਿੰਘ ਜੀ, ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ, ਤੁਸੀਂ ਤੇ ਤੁਹਾਡੀ ਪਾਰਟੀ ਕਾਫੀ ਕਰੀਬੀ ਦੇ ਨਾਲ ਦੀਪ ਸਿੱਧੂ ਦੇ ਨਾਲ ਕੰਮ ਕਰ ਰਹੀ ਸੀ। ਉਹਨਾਂ ਦਾ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਸੀ, ਕੁਝ ਦਿਨਾਂ ਪਹਿਲੇ ਹੀ ਉਹ ਕੈਂਪੇਨ ਟ੍ਰੇਲ 'ਤੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਰਹੇ ਸੀ, ਲੋਕਾਂ ਨਾਲ ਮਿਲ ਰਹੇ ਸੀ। ਇਹ ਜੋ ਇਲੈਕਸ਼ਨ ਹੈਗਾ ਕੁਝ ਦਿਨਾਂ ਬਾਅਦ ਜਿਹਦੇ ਵਿੱਚ ਵੋਟਾਂ ਪੈਣੀਆਂ, ਉਹਦੇ ਉੱਤੇ ਕੀ ਇੰਪੈਕਟ ਹੋਏਗਾ ਇਸ ਲਾਸ ਦਾ, ਇਸ ਟ੍ਰੈਜਡੀ ਦਾ, ਉਹਦੇ ਬਾਰੇ ਗੱਲ ਕਰਨ ਤੋਂ ਪਹਿਲੇ ਮੈਂ ਥੋੜ੍ਹੀ ਜਿਹੀ ਹੋਰ ਦੀਪ ਸਿੱਧੂ ਦੀ ਲੈਗੇਸੀ ਬਾਰੇ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਖਾਸ ਕਰਕੇ ਜਿੱਥੇ ਨੌਜਵਾਨਾਂ ਦੀ ਗੱਲ ਆਉਂਦੀ ਹੈ, ਯੂਥ ਦੀ ਗੱਲ ਆਉਂਦੀ ਹੈ। ਦੀਪ ਸਿੱਧੂ ਇੱਕ ਕਾਫੀ ਪੋਲਰਾਈਜ਼ਿੰਗ ਫਿਗਰ ਸੀਗਾ ਮੋਰਚੇ ਦੇ ਵਿੱਚ। ਕਾਫੀ ਵਾਰੀ ਲੋਕੀ ਸਪੋਰਟ ਕਰਦੇ ਸੀ, ਫਿਰ ਖਿਲਾਫ ਹੋ ਜਾਂਦੇ ਸੀ, ਫਿਰ ਸਪੋਰਟ ਕਰਦੇ ਸੀ, ਬਟ ਓਵਰਆਲ ਯੂਥ ਉੱਤੇ, ਜੋ ਨੌਜਵਾਨ ਪੰਜਾਬ ਦੇ ਸੀਗੇ, ਜੋ ਕਿ ਕਿਸੇ ਐਕਟਰ ਦੇ ਨਾਲ ਉਹਨਾਂ ਦੀ ਤੁਸੀਂ ਕਹਿ ਲਓ ਫੇਮ ਕਰਕੇ ਵੀ ਜੁੜਦੇ, ਉਹ ਦੀਪ ਸਿੱਧੂ ਨੂੰ ਜਦੋਂ ਸੁਣਦੇ ਸੀ, ਉਹਨਾਂ ਦੇ ਵਿੱਚੋਂ ਕਿਸ ਤਰ੍ਹਾਂ ਦੀ ਭਾਵਨਾ ਜਾਗਦੀ ਸੀ, ਖਾਸ ਕਰਕੇ ਪੰਜਾਬ ਦੇ ਅਸਲ ਮਸਲਿਆਂ ਨੂੰ ਲੈ ਕੇ?
ਦੇਖੋ ਸ਼ਮਿਤਾ ਜੀ, ਜਿਹੜਾ ਦੀਪ ਸਿੱਧੂ ਦੀ ਆਈਡੀਓਲੋਜੀ ਸੀ, ਉਹਦੀ ਆਈਡੀਓਲੋਜੀ ਸੀ ਪੰਜਾਬ ਦੀ ਸਾਬਰਨਟੀ ਦੀ। ਉਹ ਇਹ ਗੱਲ ਨੂੰ ਸਮਝ ਗਿਆ ਸੀ ਕਿ ਇਹ ਲੜਾਈ ਫਸਲਾਂ ਦੀ ਨਹੀਂ, ਇਹ ਗੱਲ ਨਸਲਾਂ ਦੀ ਆ। ਇਹ ਲੜਾਈ ਸਾਡੀ ਹੋਣੀ ਤੇ ਖੜੀ ਆ। ਜੀ ਤੁਸੀਂ ਉਹਦਾ ਜਿਹੜਾ ਪਿਛਲੇ 4 ਦਿਨ ਦੀ ਕੰਪੇਨ ਦੇਖੋ ਪੰਜਾਬ ਦੀ, ਉਹਨੇ ਸਾਰੀ ਗੱਲ ਹੀ ਇੱਥੇ ਕੀਤੀ ਜਾ ਕੇ ਕਿ ਪੰਜਾਬ ਦੀ ਜਿਹੜੀ ਮੈਂ ਹੋਣੀ ਦੀ ਲੜਾਈ ਲੜ ਰਿਹਾ, ਪੰਜਾਬ ਦੀ ਜਿਹੜੀ ਫਸਲਾਂ ਦੀ ਨਹੀਂ, ਨਸਲਾਂ ਦੀ ਲੜਾਈ ਆ। ਸੋ ਉਹਦੀ ਜਿਹੜੀ ਆਈਡੀਓਲੋਜੀ ਸੀਗੀ, ਉਹਦੀ ਆਈਡੀਓਲੋਜੀ ਸੀ ਸੰਤ ਜਰਨੈਲ ਸਿੰਘ ਵਾਲੀ, ਉਹਦੀ ਆਈਡੀਓਲੋਜੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ। ਇਸੇ ਕਰਕੇ ਜਿਹੜੇ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੰਪੇਨ ਦੇ ਵਿੱਚ ਆਏ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਹ ਲੀਡਰਸ਼ਿਪ ਇਦਾਂ ਦੀ ਬਹੁਤ ਸਾਲਾਂ ਬਾਅਦ ਕਿਤੇ ਮਿਲਦੀ ਆ। ਕੋਈ ਗੁਰੂ ਸਾਹਿਬ ਦੀ ਬਖਸ਼ਿਸ਼ ਸੀ, ਉਹ 1.5-2 ਸਾਲ ਲਈ ਸਾਨੂੰ ਜਿਹੜਾ ਇੱਕ ਗਿਫਟ ਮਿਲਿਆ ਸੀ, ਤੇ ਉਹਨੇ ਨੌਜਵਾਨੀ ਨੂੰ ਇੱਕ ਦਫਾ ਹਿਲਾ ਕੇ ਰੱਖ ਦਿੱਤਾ। ਤੁਸੀਂ ਵੇਖੋ ਕਿ ਜਿਨ੍ਹਾਂ ਹਲਕਿਆਂ ਦੇ ਵਿੱਚ ਉਹ ਹਲਕਾ ਅਮਰਗੜ੍ਹ ਤੇ ਫਤਿਹਗੜ੍ਹ ਸਾਹਿਬ ਗਿਆ, ਉੱਥੇ ਨੌਜਵਾਨਾਂ ਦੇ ਉਹਦੇ ਕੋਲ ਟਾਈਮ ਨਹੀਂ ਸੀ ਲੱਗ ਰਿਹਾ ਉਹਦੇ ਨਾਲ ਸੈਲਫੀਆਂ ਬਣਾਉਣ ਦਾ, ਕਿਉਂਕਿ ਉਹਦੀ ਗੱਲ ਕਰਨ ਦਾ ਤਰੀਕਾ ਪੇਂਡੂ ਲੈਵਲ ਦੀ ਗੱਲ ਕਰਨੀ, ਉਹਨੂੰ ਹਿਸਟਰੀ ਦੀ ਨੌਲੇਜ ਸੀਗੀ। ਉਹ 18ਵੀਂ ਸਦੀ ਦੇ ਸਿੱਖਾਂ ਦੀ ਹਿਸਟਰੀ ਵੀ ਜਾਣਦਾ ਸੀ, ਉਹ ਗੁਰੂ ਸਾਹਿਬਾਨਾਂ ਦੇ ਟਾਈਮ ਦੀ ਵੀ ਹਿਸਟਰੀ ਜਾਣਦਾ ਸੀਗਾ, ਉਹ ਅੱਜ ਦੇ ਸੰਘਰਸ਼ ਦਾ ਵੀ ਸਾਰਾ ਕੁਝ ਜਾਣਦਾ ਸੀ। ਸੋ ਇਸ ਕਰਕੇ ਮੇਰਾ ਖਿਆਲ ਹੈ ਵੀ ਉਹਨੂੰ ਜਿਹੜਾ ਉਹਦੇ ਅੰਦਰ ਇੱਕ ਦ੍ਰਿੜ ਇਰਾਦਾ ਸੀ, ਜਿਹੜੀ ਗੱਲ ਦਾ ਸਿਸਟਮ ਹਮੇਸ਼ਾ ਡਰ ਜਾਂ ਭੈ ਤੁਹਾਡੇ ਅੰਦਰ ਪਾਉਂਦਾ, ਉਹ ਸਿਸਟਮ ਤੋਂ ਮੁਕਤ ਹੋ ਚੁੱਕਾ ਸੀ। ਸੋ ਇਸ ਕਰਕੇ ਜਿਹੜਾ ਜਦੋਂ ਤੁਸੀਂ ਨਿਡਰ ਹੋ ਕੇ ਬੋਲੋਗੇ ਤਾਂ ਫਿਰ ਨੇਚਰਲੀ ਆ ਜਿਹੜੀ ਜਵਾਨੀ ਹੁੰਦੀ ਆ ਉਹ ਹਮੇਸ਼ਾ ਨਿਡਰ ਬੰਦੇ ਨੂੰ ਫੋਲੋ ਕਰਦੀ ਹੁੰਦੀ ਆ। ਸੋ ਅੱਜ ਮੈਂ ਸਮਝਦਾ ਕਿ ਉਹਨਾਂ ਦੀ ਘਾਟ ਬਹੁਤ ਮਹਿਸੂਸ ਹੋ ਰਹੀ ਆ। ਅਸੀਂ ਤਾਂ ਕੋਈ ਅੱਖ ਉਹਨਾਂ ਨੂੰ ਪਿਆਰ ਕਰਨ ਵਾਲੀ ਐਸੀ ਬਚੀ ਨਹੀਂ ਜਿਨ੍ਹਾਂ ਦੇ ਅੱਜ ਰੁੱਗ ਨਹੀਂ ਭਰੇ ਗਏ ਜਾਂ ਜਿਨ੍ਹਾਂ ਦੀਆਂ ਅੱਖਾਂ ਨਮ ਨਹੀਂ ਹੋਈਆਂ ਜੀ। ਸੋ ਉਹਨਾਂ ਦਾ ਬਹੁਤ ਵੱਡਾ ਘਾਟ। ਕਾਲਰਸ ਤੋਂ ਵੀ ਸੁਣ ਲੈਂਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਸ਼ਮਿਤਾ ਜੀ ਅਤੇ ਸਰਦਾਰ ਬੂਟਾ ਸਿੰਘ ਜੀ। ਮੈਂ ਅੱਜ ਇਹੀ ਲਫ਼ਜ਼ ਕਹਿਣਾ ਚਾਹਾਂਗਾ ਕਿ ਅੱਜ ਸਿੱਖ ਪੰਥ ਨੂੰ ਇੱਕ ਕੌਮ ਦਾ ਹੀਰਾ ਮਿਲਿਆ ਸੀ ਬੜੇ ਲੰਬੇ ਸਮੇਂ ਤੋਂ, ਤੇ ਅੱਜ ਉਹਨਾਂ ਦਾ ਇੰਨਾ ਸਫ਼ਰ ਜਿਹੜਾ ਜ਼ਿੰਦਗੀ ਦਾ ਸੀਗਾ ਪੂਰਾ ਕਰਕੇ ਇਸ ਧਰਤੀ ਤੋਂ ਗਏ ਨੇ। ਪਰ ਸਾਨੂੰ ਇਸ ਨੌਜਵਾਨ ਤੇ ਫਖਰ ਹੈ ਜਿਨ੍ਹਾਂ ਨੇ ਇੰਨੀ ਯੰਗ ਉਮਰ ਦੇ ਵਿੱਚ ਇੰਨੀ ਬਹੁਤ ਵਧੀਆ ਸੋਚ ਦੇ ਨਾਲ ਪੰਜਾਬ ਦੀ ਕਮਾਂਡ ਸੰਭਾਲੀ, ਔਰ ਤੇ ਸਿੱਖਾਂ ਦੇ ਜੋ ਮੁੱਦੇ ਹਨ ਜਿਹਦੇ ਤੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਈਵਨ 40 ਸਾਲ ਤੋਂ ਸੇਵਾਵਾਂ ਦੇ ਰਹੇ ਨੇ, ਇਹਨਾਂ ਨੇ ਉਹਨਾਂ ਦੇ ਨਾਲ ਖੜ ਕੇ ਜੋ ਰੋਲ ਅਦਾ ਕੀਤਾ ਉਹ ਬੇਮਿਸਾਲ ਹੈ। ਔਰ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਕਿ ਜਿੱਦਾਂ ਦੇ ਸਰਕਮਸਟੈਂਸਿਸ ਦਿਸ ਰਹੇ ਨੇ, ਇਹਨਾਂ ਦੀ ਇੰਨੇ ਸ਼ਾਰਟ ਸਮੇਂ ਦੇ ਵਿੱਚ ਇੰਨਾ ਉੱਤੇ ਜਾਣਾ ਜੋ ਕਿ ਬਹੁਤ ਲੋਕਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਹੋ ਸਕਦਾ ਇਹਦੇ ਪਿੱਛੇ ਕੋਈ ਬਹੁਤ ਹੀ ਪਲਾਨਿੰਗ ਸਾਜ਼ਿਸ਼ ਵੀ ਹੋ ਸਕਦੀ ਹੈ ਜਿਹਦੀ ਪੂਰਨ ਤੌਰ ਤੇ ਉਹਦੀ ਇਨਕੁਆਇਰੀ ਹੋਣੀ ਬਹੁਤ ਜ਼ਰੂਰੀ ਹੈ। ਸੋ ਮੈਂ ਤਾਂ ਇਹੀ ਕਹਾਂਗਾ ਕਿ ਇੱਦਾਂ ਦੇ ਵੀਰ, ਇੱਦਾਂ ਦੇ ਬੱਚੇ ਸਦਾ ਹੀ ਸਾਡੇ ਵਿੱਚ ਰਹਿੰਦੇ ਆ, ਉਹ ਸਾਤੋਂ ਦੂਰ ਨਹੀਂ ਜਾਂਦੇ। ਗੁਰੂ ਮਹਾਰਾਜ ਚਰਨਾਂ ਦੇ ਵਿੱਚ ਉਹਨਾਂ ਨੂੰ ਨਿਵਾਸ ਦੇਣ। ਤੇ ਸਿੱਖ ਪੰਥ ਨੂੰ ਮੇਰੀ ਕੋਈ ਅਪੀਲ ਹੈ ਕਿ ਖਾਲਸਾ ਸਦਾ ਹੀ ਬੁਲੰਦ ਰਿਹਾ ਤੇ ਬੁਲੰਦ ਹੀ ਰਹਿਣਾ ਹੈ, ਤੇ ਕਦੇ ਵੀ ਡਿੱਗਦੇ ਪਾਸੇ ਨੂੰ ਨਹੀਂ ਜਾਣਾ, ਤੇ ਉਹਨਾਂ ਦੀ ਸੋਚ ਸਾਡੇ ਨਾਲ ਸਦਾ ਹੀ ਬਰਕਰਾਰ ਰਹੇਗੀ। ਇੰਨਾ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੂਟਾ ਸਿੰਘ ਜੀ, ਤੁਸੀਂ ਸੰਤ ਜਰਨੈਲ ਜੀ ਦੀ ਗੱਲ ਕੀਤੀ ਤੇ ਜਿਸ ਸਮਝਦਾਰੀ ਦੇ ਨਾਲ ਦੀਪ ਸਿੱਧੂ ਆਪ ਦੀ ਗੱਲ ਰੱਖਦੇ ਸੀ, ਜੋ ਉਹਨਾਂ ਦਾ ਇੱਕ ਪੜ੍ਹਾਈ ਲਿਖਾਈ ਦਾ ਉਹਨਾਂ ਦੀ ਜੋ ਬੈਕਗਰਾਊਂਡ ਸੀਗੀ, ਜਦੋਂ ਕੋਈ ਇੰਟੈਲੀਜੈਂਟ ਆਵਾਜ਼ ਅੱਗੇ ਆਉਂਦੀ ਹੈ, ਪੜ੍ਹੀ ਲਿਖੀ ਸਮਝਦਾਰ ਮਸਲਿਆਂ ਨੂੰ ਗਹਿਰਾਈ ਦੇ ਨਾਲ ਸਮਝਣ ਵਾਲੀ ਕੋਈ ਆਵਾਜ਼ ਅੱਗੇ ਆਉਂਦੀ ਹੈ ਜੋ ਕਿ ਇੱਕ ਆਮ ਆਦਮੀ ਨੂੰ ਸਿੰਪਲ ਸ਼ਬਦਾਂ 'ਚ ਉਨ ਮਸਲਿਆਂ ਬਾਰੇ ਦੱਸ ਸਕੇ, ਕਿਸ ਤਰ੍ਹਾਂ ਦੀ ਉਹ ਥ੍ਰੈਟ ਬਣ ਜਾਂਦੀ ਹੈ। ਕਿਉਂਕਿ ਅਸੀਂ ਇਹ ਪਹਿਲੇ ਵੀ ਦੇਖਿਆ ਹੈ, ਜਦੋਂ ਸਮਝਦਾਰੀ ਦੇ ਨਾਲ ਗੱਲ ਕਰਨ ਵਾਲੇ ਅੱਗੇ ਆਉਂਦੇ, ਉਹਨਾਂ ਨੂੰ ਖਾਮੋਸ਼ ਕਰਨ ਲਈ ਕਾਫੀ ਕੋਸ਼ਿਸ਼ਾਂ ਹੁੰਦੀਆਂ। ਕਿਸ ਤਰ੍ਹਾਂ ਦੀ ਥ੍ਰੈਟ ਇਹੋ ਜਿਹੇ ਬੰਦੇ ਪੋਜ਼ ਕਰਦੇ ਆ? ਦੇਖੋ, ਦੀਪ ਸਿੱਧੂ ਜੀ ਇੱਕ ਬਰਿਸਟਰ ਸੀਗੇ ਤੇ ਉਹ ਦੁਨੀਆ ਭਰ ਦੇ ਸੰਵਿਧਾਨ ਉਹਨਾਂ ਨੇ ਪੜ੍ਹੇ ਹੋਏ ਸੀ ਤੇ ਸਿਸਟਮ ਨੂੰ ਜਾਣਦੇ ਸੀਗੇ। ਮੈਂ ਤੁਹਾਨੂੰ ਉਹਨਾਂ ਦੀ ਜਿਹੜੀ ਆਖਰੀ ਸਪੀਚ ਉਹਨੇ ਫਤਿਹਗੜ੍ਹ ਸਾਹਿਬ 'ਚ ਦਿੱਤੀ, ਉੱਥੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਮੈਂ ਇਸ ਧਰਤੀ ਦੇ ਵਿੱਚ ਆਇਆ ਤਾਂ ਮੈਨੂੰ ਵਾਈਬ੍ਰੇਸ਼ਨਸ ਹੋ ਰਹੀਆਂ ਨੇ। ਵਾਈਬ੍ਰੇਸ਼ਨ ਮੀਨਸ ਇਹ ਉਹ ਧਰਤੀ ਆ
ਜਿਸ ਧਰਤੀ ਦੇ ਵਿੱਚ ਸਿੱਖ ਰਾਜ ਸਥਾਪਿਤ ਹੋਇਆ, ਮੈਂ ਅੱਜ ਉਸ ਧਰਤੀ ਤੇ ਖੜਾ। ਇਹ ਅਣਖੀਲੀ ਧਰਤੀ ਦੇ ਵਿੱਚ ਮੈਨੂੰ ਇਹੋ ਜਿਹੀ ਵਾਈਬ੍ਰੇਸ਼ਨਸ ਹੋ ਰਹੀਆਂ, ਤੇ ਮੈਂ ਮਤਲਬ ਉਹਦੇ ਗੱਲ ਕਰਨ ਦਾ ਤਰੀਕਾ ਇਹੋ ਜਿਹਾ ਸੀਗਾ, ਉਹਦੇ ਚ ਕੁਦਰਤ ਨੇ ਕੋਈ ਐਸਾ ਗੁਣ ਭਰਿਆ ਹੋਇਆ ਸੀਗਾ ਕਿ ਉਹਦੀ ਗੱਲ ਦਾ, ਕਰਨ ਦਾ, ਸਮਝਾਉਣ ਦਾ, ਔਰ ਐਡੀ ਐਜੂਕੇਸ਼ਨ ਹੋਣ ਦੇ ਬਾਵਜੂਦ ਵੀ ਉਹ ਗੱਲ ਪੇਂਡੂ ਸਟਾਈਲ ਦੇ ਵਿੱਚ ਕਰਦਾ ਸੀ, ਜਿਹੜੀ ਬੜੇ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਸਮਝ ਪੈਂਦੀ ਸੀ। ਇਸ ਕਰਕੇ ਉਹਦੀਆਂ ਗੱਲਾਂ ਦਾ ਜਿਹੜਾ ਪੰਜਾਬ ਦੀ ਨੌਜਵਾਨੀ ਤੇ ਬਹੁਤ ਵੱਡਾ ਅਸਰ ਹੋਇਆ, ਤੇ ਮੈਂ ਸਮਝਦਾ ਕਿ ਬਹੁਤ ਵੱਡਾ ਅਸਰ ਉਹ ਛੱਡ ਕੇ ਵੀ ਜਾਵੇਗੀ। ਤੇ ਉਹਦੀ ਜਿਹੜੀ ਲੈਗਸੀ ਆ, ਜਿਹੜੀ ਉਹਦੀ ਆਈਡੀਓਲੋਜੀ ਆ, ਤੁਸੀਂ ਯਕੀਨ ਕਰੋ ਕਿ ਉਹਨਾਂ ਦੀ ਜਦੋਂ ਡੈਥ ਹੋਈ ਆ, ਉਸੇ ਦਿਨ ਦੁਪਹਿਰ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਇੰਟਰਵਿਊ ਹੋਈ। ਉਹਨਾਂ ਨੇ ਕਿਹਾ ਕਿ ਮੈਂ, ਉਹਨਾਂ ਨੂੰ ਪੁੱਛਿਆ ਗਿਆ ਦੀਪ ਸਿੱਧੂ ਬਾਰੇ, ਉਹਨੇ ਕਿਹਾ ਜੀ ਬਹੁਤ ਵਧੀਆ, ਪਰ ਮੈਂ ਵੀ ਜਿਸ ਏਜ ਦੇ ਵਿੱਚ ਖੜ ਗਿਆ ਤੇ ਮੈਂ ਵੀ ਆਪਣੀ ਵੈਟਰਨ ਜਿਹੜੀ ਆ ਉਹ ਪਾਸ ਕਰਨੀ ਆ। ਸੋ ਮੇਰਾ ਮਤਲਬ ਇਹ ਸੀ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਸਮਝ ਆ ਗਈ ਸੀ ਕਿ ਇਹ ਮੇਰੇ ਵਾਲੀ ਆਈਡੀਓਲੋਜੀ ਸੰਭਾਲ ਸਕਦਾ ਹੈ ਨੌਜਵਾਨ ਬੱਚਾ ਇੱਕਦਮ। ਇਸ ਲੈਵਲ ਦੀ ਉਹਦੀ ਕੈਪੇਬਿਲਿਟੀ ਸੀ। ਇਹ ਕੁਦਰਤ ਨੂੰ ਹੁੰਦੀ ਆ, ਇਹੋ ਜਿਹੇ ਬੰਦਿਆਂ ਦੀ ਬਿਲਕੁਲ ਸਹੀ ਗੱਲ ਹੈ ਕਿ ਉਮਰ ਵੀ ਬੜੀ ਘੱਟ ਹੁੰਦੀ ਆ। ਸੋ 37 ਸਾਲ ਦੀ ਉਮਰ ਦੇ ਵਿੱਚ ਮੈਂ ਸਮਝਦਾ ਕਿ ਇੱਕ ਸਿੱਖ ਹਿਸਟਰੀ ਦੇ ਵਿੱਚ ਵੀ ਤੇ ਇੱਕ ਫਾਰਮਰ ਹਿਸਟਰੀ ਦੇ ਵਿੱਚ ਵੀ, ਜਿਹੜਾ ਫਾਰਮਰ ਪ੍ਰੋਟੈਸਟ ਹੈ ਜਾਂ ਵੱਡਾ ਮੋਰਚਾ ਲੱਗਾ, ਉਹਦੇ ਇਤਿਹਾਸ ਦੇ ਵਿੱਚ ਵੀ ਉਹ ਆਪਣਾ ਨਾਂ ਦਰਜ ਕਰ ਗਿਆ ਇਹ ਨੌਜਵਾਨ ਬੱਚਾ। ਇਸੇ ਕਰਕੇ ਅੱਜ ਮੈਂ ਸਮਝਦਾ ਕਿ ਨੌਜਵਾਨੀ ਨੂੰ ਦੁਨੀਆ ਦੇ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ, ਕਿਉਂਕਿ ਉਹਨਾਂ ਨੇ ਪੰਜਾਬੀ ਕੌਮੀਅਤ ਦੀ ਗੱਲ ਕੀਤੀ, ਉਹਨਾਂ ਨੇ ਸਿੱਖ ਕੌਮੀਅਤ ਦੀ ਗੱਲ ਕੀਤੀ, ਉਹਨਾਂ ਨੇ ਕੌਮੀਅਤ ਤੋਂ ਘੱਟ ਗੱਲ ਨਹੀਂ ਕੀਤੀ, ਕਿਉਂਕਿ ਹੱਕ ਮੰਗਣਾ ਕੋਈ ਗੁਨਾਹ ਨਹੀਂ। ਉਹਨਾਂ ਨੇ ਵਾਰ-ਵਾਰ ਇਹੀ ਕਿਹਾ ਕਿ ਅਸੀਂ ਸਟੇਟਹੁੱਡ ਬਣੀ ਹੋਈ ਆ, ਭਾਈ ਅਸੀਂ ਸਟੇਟਹੁੱਡ ਬਣੀ ਹੋਈ ਆ, ਸਾਡਾ ਹੱਕ ਬਣਦਾ, ਅਸੀਂ ਆਪਣੇ ਰਾਈਟਸ ਦੀ ਗੱਲ ਕਰੀਏ, ਅਸੀਂ ਆਪਣੀ ਸਾਵਰਨਟੀ ਦੀ ਗੱਲ ਕਰੀਏ। ਸੋ ਇਹ ਉਹਦੀ ਲੈਗਸੀ ਸੀਗੀ। ਤੇ ਮੈਂ ਨੌਜਵਾਨ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਕਿਸੇ ਤਰ੍ਹਾਂ ਡੀਮੋਰਲਾਈਜ਼ ਨਾ ਹੋ, ਆਓ ਆਪਾਂ ਤਕੜੇ ਹੋ ਕੇ ਜਿਹੜੀ ਉਹਦੀ ਸੋਚ ਹੈ ਉਹਨੂੰ ਜਿੰਦਾ ਰੱਖੀਏ। ਜਿਸ ਕੰਮ ਦੇ ਲਈ ਉਹ ਪੰਜਾਬ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਇਲੈਕਸ਼ਨਾਂ ਦੀ ਖਾਤਰ ਉਹ ਮਤਲਬ ਹੁਣ ਵੀ ਉਹਨਾਂ ਨੇ ਵਾਪਸ ਆ ਰਹੇ ਸੀ, ਨੈਕਸਟ ਡੇ ਉਹਨਾਂ ਦੇ ਸਾਰੇ ਸਕੈਜੂਲ ਅਮਰਗੜ੍ਹ ਦੇ ਵਿੱਚ ਬਣੇ ਹੋਏ ਸੀਗੇ। ਕਿਸੇ ਪਿੰਡ 'ਚ 2 ਵਜੇ ਜਾਣਾ, ਕਿਤੇ 10 ਵਜੇ ਜਾਣਾ ਸੀ, ਸਾਰੇ ਸਕੈਜੂਲ ਉਹਨਾਂ ਦੇ 18 ਤਰੀਕ ਤੱਕ ਸਾਰੇ ਸੈੱਟ ਕੀਤੇ ਹੋਏ ਸੀ, ਪਰ ਸਾਨੂੰ ਪਤਾ ਨਹੀਂ ਸੀ ਕਿ ਉਹ ਸਾਡੇ ਤੱਕ ਪਹੁੰਚ ਨਹੀਂ ਸਕਦੇ। ਸੋ ਸਾਨੂੰ ਬੜੀ ਤਕਲੀਫ ਹੈ। ਮੈਂ ਇਹੀ ਨੌਜਵਾਨ ਬੱਚਿਆਂ ਨੂੰ ਕਹਿਣਾ, ਜਿਸ ਕੌਜ਼ ਵਾਸਤੇ ਉਹ ਆ ਰਿਹਾ ਸੀ ਤੇ ਉਸ ਕੌਜ਼ ਨੂੰ ਵੀ ਆਪਾਂ ਪੂਰਾ ਕਰਨਾ 20 ਤਰੀਕ ਨੂੰ, ਤਾਂ ਕਿ ਉਹਦਾ ਕੌਜ਼ ਨਾ ਅਧੂਰਾ ਰਹਿ ਜਾਏ, ਤਾਂ ਕਿ ਜਿੱਥੇ ਵੀ ਗਏ ਆ ਉਹਨਾਂ ਨੂੰ ਉਸ ਗੱਲ ਦਾ ਵੀ ਪੀਸ ਮਿਲੇ ਵੀ ਜਿਸ ਕੌਜ਼ ਦੇ ਲਈ ਮੈਂ ਪੰਜਾਬ ਜਾ ਰਿਹਾ ਸੀ ਉਹ ਮੇਰੇ ਨੌਜਵਾਨ ਭੈਣਾਂ ਭਰਾਵਾਂ ਨੇ ਉਹ ਵੀ ਪੂਰਾ ਕੀਤਾ। ਜੀ ਬੂਟਾ ਸਿੰਘ ਜੀ, ਤੁਸੀਂ ਇਸ ਇਲੈਕਸ਼ਨ ਬਾਰੇ ਗੱਲ ਕੀਤੀ ਹੈ, ਐਂਡ ਮੈਂ ਜ਼ਰੂਰ ਥੋੜ੍ਹੀ ਜਿਹੀ ਹੋਰ ਇਹਦੇ ਉੱਤੇ ਸਵਾਲ ਤੁਹਾਡੇ ਅੱਗੇ ਰੱਖਣਾ ਚਾਹੁੰਦੀ ਹਾਂ, ਖਾਸ ਕਰਕੇ ਜੋ ਟਾਈਮਿੰਗ ਹੈਗੀ ਇਸ ਐਕਸੀਡੈਂਟ ਦੀ, ਹਾਲੇ ਜਾਣਕਾਰੀ ਚੱਲ ਰਹੀ ਹੈ ਤੇ ਉਮੀਦ ਹੈ ਕਿ ਹੋਰ ਇੰਡੀਪੈਂਡੈਂਟ ਵੀ ਇਨਕੁਆਰੀ ਹੋਏ, ਇੰਡੀਪੈਂਡੈਂਟ ਹੋਰ ਜਾਣਕਾਰੀ ਹੋਏ ਐਕਸੀਡੈਂਟ ਦੇ ਵੱਖ-ਵੱਖ ਹਾਲਾਤਾਂ ਨੂੰ ਲੈ ਕੇ। ਬਟ ਉਸ ਤੋਂ ਪਹਿਲੇ ਇਸ ਚੀਜ਼ ਨੂੰ ਇਗਨੋਰ ਕਰਨਾ ਨਾਮੁਮਕਿਨ ਹੈਗਾ ਕਿ ਇਲੈਕਸ਼ਨ ਤੋਂ ਕੁਝ ਦਿਨਾਂ ਪਹਿਲੇ ਹੀ ਇਹ ਹਾਦਸਾ ਹੋਇਆ। ਇਸ ਟਾਈਮਿੰਗ ਬਾਰੇ ਤੁਹਾਡੇ ਕੀ ਵਿਚਾਰ ਹਨ ਕਿ ਇਹ ਤੁਹਾਨੂੰ ਲੱਗਦਾ ਹੈ ਕੋਈ ਅਚਾਨਕ ਹੀ ਇੱਕ ਐਕਸੀਡੈਂਟ, ਇੱਕ ਕੁਦਰਤ ਦਾ ਖੇਡ ਸੀਗਾ ਅਜੇ ਇਸ ਐਕਸੀਡੈਂਟ ਦਾ ਹੋਣਾ, ਜਾਂ ਇਹਦੇ ਪਿੱਛੇ ਕੋਈ ਵੱਡੀ ਕੰਸਪੀਰੇਸੀ ਤੁਹਾਨੂੰ ਲੱਗਦਾ ਹੈਗੀ ਕਿ ਕੁਝ ਦਿਨਾਂ ਇਲੈਕਸ਼ਨ ਤੋਂ ਪਹਿਲੇ ਹੀ ਇਹ ਚੀਜ਼ ਹੁੰਦੀ ਹੈ? ਮੈਂ ਇਹਦੇ ਪਿੱਛੇ ਬਹੁਤ ਵੱਡੀ ਕੌਨਫਰੰਸੀ ਸਮਝਦਾ ਜੀ। ਦੇਖੋ, ਜਿਹੜੀਆਂ ਗੱਲਾਂ ਉਹਨਾਂ ਨੇ 4 ਦਿਨ 'ਚ ਕੀਤੀਆਂ, ਜੋ ਭੁਚਾਲ ਪੰਜਾਬ ਦੇ ਵਿੱਚ ਆਇਆ ਉਹਨਾਂ ਦੇ ਜਾਣ ਦੇ ਨਾਲ, ਮੈਂ ਸਮਝਦਾ ਕਿ ਡੀਪ ਇੰਡੀਅਨ ਸਟੇਟ ਉਦੋਂ ਘਬਰਾ ਗਈ ਸੀਗੀ ਕਿ ਇਹਨਾਂ ਤਾਂ 4 ਦਿਨ ਦੇ ਵਿੱਚ ਜਿਹੜਾ ਪੰਜਾਬ ਖੜਾ ਕਰ ਦਿੱਤਾ। ਤੁਸੀਂ ਸੋਸ਼ਲ ਮੀਡੀਆ ਤੇ ਵੇਖੋ, ਉਹਨੇ 4 ਦਿਨ ਕੰਪੇਨ ਕੀਤਾ ਦੀਪ ਸਿੱਧੂ ਜੀ ਨੇ, ਕਿਵੇਂ ਨੌਜਵਾਨਾਂ ਦੇ ਵਿੱਚ ਸਾਰੀ ਗੱਲ ਤੁਰੀ। ਤੁਸੀਂ ਦੇਖੋ ਵੀ ਕਿਵੇਂ ਬਾਹਰਲੇ ਮੁਲਕਾਂ ਦੇ ਵਿੱਚੋਂ ਵੱਡੀਆਂ ਪ੍ਰਬੰਧਕ ਕਮੇਟੀਆਂ, ਆਰਗੇਨਾਈਜੇਸ਼ਨਾਂ ਨੇ ਆਪਣੀਆਂ ਸਟੇਟਮੈਂਟਾਂ ਲਾ ਦਿੱਤੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਦੇ ਵਿੱਚ। ਸੋ ਇਹ ਸਾਰਾ ਜਿਹੜਾ ਇੰਡੀਅਨ ਡੀਪ ਸਟੇਟ ਇਸ ਗੱਲ ਨੂੰ ਸਮਝਦੀ ਸੀਗੀ। ਸੋ ਬਹੁਤ ਗੱਲਾਂ ਜਿਨ੍ਹਾਂ ਦੀ ਸਾਨੂੰ ਸਮਝ ਹੈ, ਕਿਉਂਕਿ ਅਸੀਂ ਸਿਸਟਮ ਨਾਲ ਕੰਮ ਕਰਦੇ ਹਾਂ ਕਿ ਏਜੰਸੀਆਂ ਜਿਹੜੀਆਂ ਸਟੇਟ ਦੀਆਂ ਹੁੰਦੀਆਂ ਉਹ ਕਿਵੇਂ ਕੰਮ ਕਰਦੀਆਂ ਨੇ। ਉਹ ਜਿਨ੍ਹਾਂ ਗੱਲਾਂ ਦਾ ਉਹ ਸਾਰਾ ਖਦਸ਼ਾ ਪਹਿਲਾਂ ਜ਼ਾਹਰ ਵੀ ਦੀਪ ਜੀ ਕਰ ਚੁੱਕੇ ਨੇ। ਤੁਸੀਂ ਉਹਨਾਂ ਦੇ ਪੁਰਾਣੇ ਵੀਡੀਓ ਦੇਖੋ, ਉਹਨਾਂ 'ਚੋਂ ਕਹਿ ਚੁੱਕੇ ਨੇ ਕਿ ਮੈਂ ਮੌਤ ਨੂੰ ਐਕਸੈਪਟ ਕਰ ਚੁੱਕਾ, ਮੇਰੇ ਨਾਲ ਇਹੋ ਜਿਹੇ ਇਨਸੀਡੈਂਟ ਹੋ ਸਕਦੇ ਨੇ। ਸੋ ਇਹ ਮੇਰਾ ਖਿਆਲ ਆ ਵੀ ਬਹੁਤ ਮਤਭਾਗੀ ਤਾਂ ਗੱਲ ਹੈਗੀ ਆ, ਪਰ ਦੀਪ ਸਿੱਧੂ ਦੀ ਸੋਚ ਜਾਂ ਆਈਡੀਓਲੋਜੀ ਨੂੰ
ਇਸ ਇਨਸੀਡੈਂਟ ਦੇ ਨਾਲ ਰੋਕਿਆ ਨਹੀਂ ਜਾਊਗਾ। ਮੈਨੂੰ ਲੱਗਦਾ ਕਿ ਬਹੁਤ ਦੀਪ ਹੁਣ ਪੈਦਾ ਹੋਣਗੇ ਉਸ ਸੋਚ ਦੇ ਨਾਲ, ਤੇ ਇਹ ਆਈਡੀਓਲੋਜੀ ਕਦੇ ਵੀ ਨਹੀਂ ਰੁਕੂਗੀ, ਇਹ ਗਾਹਾਂ ਵਧੂਗੀ, ਤੇ ਦੀਪ ਦਾ ਜਿਹੜਾ ਨਾਂ ਆ ਹਮੇਸ਼ਾ ਉਹ ਸਤਾਰੇ ਅੰਗ ਚਮਕਦਾ ਰਹੂ। ਬੂਟਾ ਸਿੰਘ ਜੀ, ਅਖੀਰ ਦੇ ਵਿੱਚ ਆਫ ਕੋਰਸ ਇਲੈਕਸ਼ਨਸ ਦੇ ਬਾਰੇ ਵੀ ਮੈਂ ਤੁਹਾਡੇ ਨਾਲ ਗੱਲ ਰੱਖਣਾ ਚਾਹੁੰਦੀ ਹਾਂ, ਕੁਝ ਸਵਾਲ ਪੁੱਛਣਾ ਚਾਹੁੰਦੀ ਹਾਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਕੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਐਕਸਪੈਕਟ ਕਰ ਸਕਦੇ ਹਾਂ, ਓਵਰਆਲ ਕੀ ਇੰਪੈਕਟ ਹੋਏਗਾ ਇਸ ਖਬਰ ਦਾ। ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ, ਕਿਤੇ ਨਾ ਜਾਓ ਬੂਟਾ ਸਿੰਘ ਜੀ। ਵਿਊਅਰਸ, ਤੁਸੀਂ ਵੀ ਇਸੇ ਤਰ੍ਹਾਂ ਜੁੜੇ ਰਹੋ, ਤੁਹਾਡੀ ਕਾਲਸ ਵੀ ਚੁੱਕਾਂਗੇ, ਬੇਨਤੀ ਕਰਦੇ ਹਾਂ ਤੁਸੀਂ ਹੋਲਡ ਰੱਖਿਓ ਪਲੀਜ਼। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਨੂੰ ਸਵਾਗਤ ਕਰਦੇ ਹਾਂ। 4 ਦਿਨਾਂ ਬਾਅਦ ਪੰਜਾਬ ਦੇ ਵਿੱਚ ਇਲੈਕਸ਼ਨਾਂ ਲਈ ਪੰਜਾਬ ਦੇ ਵਿੱਚ ਵਸਦੇ ਹੋਏ ਸਾਰੇ ਉਹ ਵੋਟਰਸ ਨਿਕਲਣਗੇ ਇਸ ਵਾਰੀ ਫਿਊਚਰ ਡਿਸਾਈਡ ਕਰਨ ਲਈ, ਇਸ ਵਾਰੀ ਇੱਕ ਇਹੋ ਜਿਹਾ ਬਦਲਾਵ ਲੈ ਕੇ ਆਉਣ ਲਈ ਜੋ ਕਿੰਨੇ ਦੇਰ ਤੋਂ, ਕਿੰਨੇ ਡੈਸਪਰੇਟਲੀ ਪੰਜਾਬੀਆਂ ਨੂੰ ਤੇ ਪੰਜਾਬ ਦੇ ਨਾਲ ਪਿਆਰ ਕਰਨ ਵਾਲਿਆਂ ਨੂੰ ਉਡੀਕ ਹੈਗੀ। ਸੋ ਜਦੋਂ ਅਸੀਂ ਇਸ ਬਦਲਾਵ ਦੀ ਗੱਲ ਕਰਦੇ ਹਾਂ, ਕੁਝ ਇਹੋ ਜਿਹੀ ਆਵਾਜ਼ਾਂ ਜੋ ਇਸ ਬਦਲਾਵ ਲਈ ਖੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਅੱਗੇ ਨਿਕਲੀਆਂ, ਉਹਨਾਂ ਦੇ ਵਿੱਚੋਂ ਇੱਕ ਆਵਾਜ਼ ਸਾਡੇ ਨਾਲ ਨਹੀਂ ਰਹੀ। ਦੀਪ ਸਿੱਧੂ, ਜੋ ਕਿ ਕਿਸਾਨ ਮੋਰਚੇ ਦੇ ਵਿੱਚ ਵੀ ਇੱਕ ਲੀਡਰ ਦੇ ਤੌਰ 'ਤੇ ਅੱਗੇ ਖੜ ਕੇ ਸ਼ੰਭੂ ਬਾਰਡਰ ਪਹਿਲੇ ਪਹੁੰਚੇ ਸੀ, ਉਹਨਾਂ ਦੀ ਟ੍ਰੈਜਿਕ ਡੈਥ ਇੱਕ ਐਕਸੀਡੈਂਟ ਦੇ ਵਿੱਚ ਕੱਲ੍ਹ ਹੀ ਹੋਈ ਹੈ। ਇਸ ਦਾ ਕੀ ਇੰਪੈਕਟ ਹੋਏਗਾ ਆਉਣ ਵਾਲੇ ਇਲੈਕਸ਼ਨਸ 'ਤੇ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਜਿਨ੍ਹਾਂ ਦੇ ਨਾਲ ਰਲ ਕੇ ਉਹ ਕੈਂਪੇਨਿੰਗ ਕਰ ਰਹੇ ਸੀ, ਇਹਦੇ ਬਾਰੇ ਡਿਸਕਸ ਕਰਨ ਲਈ USA ਦੇ ਵਿੱਚ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੂਟਾ ਸਿੰਘ ਖਰੋੜ ਜੀ, ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ। ਬੂਟਾ ਸਿੰਘ ਜੀ, ਤੁਹਾਡਾ ਕੀ ਖਿਆਲ ਹੈ ਕਿ ਇਸ ਹਾਦਸੇ ਦਾ ਕੀ ਇੰਪੈਕਟ ਹੋਏਗਾ ਐਤਵਾਰ ਦੇ ਇਲੈਕਸ਼ਨਸ 'ਤੇ? ਕੀ ਲੋਕਾਂ ਨੂੰ ਹੋਰ ਇੰਸਪੀਰੇਸ਼ਨ ਮਹਿਸੂਸ ਹੋਏਗੀ ਕਿ ਅਜੇ ਵੀ ਪੰਜਾਬ ਦੇ ਵਿੱਚ ਇੱਕ ਤੁਸੀਂ ਕਹਿ ਲਓ ਡੈਸਪਰੇਟ ਨੀਡ ਹੈਗੀ ਬਦਲਾਵ ਲੈ ਕੇ ਆਉਣ ਦੀ, ਜਾਂ ਤੁਹਾਨੂੰ ਲੱਗਦਾ ਲੋਕਾਂ ਦੇ ਵਿੱਚ ਇੱਕ ਕਿਸਮ ਦੀ ਤੁਸੀਂ ਕਹਿ ਲਓ ਹਾਰ ਮਹਿਸੂਸ ਹੋਏਗੀ ਕਿ ਜੋ ਸਾਡੇ ਲੀਡਰ ਅੱਗੇ ਆਉਂਦੇ ਹੈ, ਕੌਮ ਦੀ ਆਵਾਜ਼ ਚੁੱਕਦੇ ਆ, ਉਹਨਾਂ ਦੇ ਨਾਲ ਹਲੇ ਵੀ ਇਹੋ ਜਿਹੀ ਚੀਜ਼ਾਂ ਹੋ ਰਹੀਆਂ, ਕੀ ਫਾਇਦਾ ਕੁਝ ਵੀ ਬਦਲਾਵ ਲੈ ਕੇ ਆਉਣ ਦਾ? ਤੁਹਾਨੂੰ ਕੀ ਲੱਗਦਾ ਹੈ? ਦੇਖੋ, ਮੇਰਾ ਖਿਆਲ ਆ ਕਿ ਪੰਜਾਬ ਦਾ ਜਿਹੜਾ ਯੂਥ ਹੈ ਉਹ ਇਸ ਗੱਲ ਨੂੰ ਸਮਝ ਚੁੱਕਾ ਕਿ ਪੰਜਾਬ ਦੇ ਵਿੱਚ ਉਹ ਪਾਰਟੀ ਨੂੰ ਹੀ ਮੂਹਰੇ ਲਿਆਂਦਾ ਜਾਵੇ ਜਿਹੜਾ ਪੰਜਾਬ ਦੇ ਮਸਲਿਆਂ ਨੂੰ ਦਿੱਲੀ ਤੋਂ ਬੇਖੌਫ ਹੋ ਕੇ ਪੇਸ਼ ਕਰ ਸਕਦਾ ਹੋਵੇ। ਦੇਖੋ, ਬਾਕੀ ਜਿਹੜੀਆਂ ਤਿੰਨੇ ਪਾਰਟੀਆਂ ਨੇ ਇਹ ਸਾਰੀਆਂ ਕਿਤੇ ਨਾ ਕਿਸੇ ਤਰੀਕੇ ਨਾਲ ਦਿੱਲੀ ਤੋਂ ਚੱਲਦੀਆਂ ਨੇ। ਸੋ ਭਾਵੇਂ ਸਾਡਾ ਇੱਕ ਵੱਡਾ ਜਰਨੈਲ ਸਾਡੇ ਕੋਲੋਂ ਚਲਾ ਗਿਆ, ਮੈਂ ਸਮਝਦਾ ਕਿ ਜਿਹੜੀ ਨੌਜਵਾਨੀ ਆ ਉਹ ਇਹਦੇ ਚੋਂ ਹੋਰ ਵੀ ਤਕੜੀ ਹੋ ਕੇ ਨਿਕਲੂਗੀ, ਤੇ ਇਹਦਾ ਜਿਹੜਾ ਇੰਪੈਕਟ ਇਹੀ ਪਊਗਾ ਕਿ ਨੌਜਵਾਨੀ ਤਕੜੀ ਹੋ ਕੇ ਜਿਹੜੀਆਂ ਪੰਜਾਬ ਦੇ ਵਿੱਚ ਰਹਿ ਕੇ ਜਾਂ ਪੰਜਾਬ ਪ੍ਰਤੀ ਪਾਰਟੀ ਹੈ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਮੈਨੂੰ ਲੱਗਦਾ ਕਿ ਉਹ ਤਕੜਾ ਹੋ ਕੇ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਤਾਕਤ ਦੇਣਗੇ, ਤਾਂ ਕਿ ਜਿਹੜੇ ਪੰਜਾਬ ਦੇ ਬਿਹਾਈਂਡ ਮਸਲੇ ਨੇ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਪੰਜਾਬ ਦੀ ਰਾਜਧਾਨੀ ਦੀ ਗੱਲ, ਪੰਜਾਬ ਦੇ ਜਿਹੜੇ ਪਾਣੀ ਬਾਹਰ ਜਾਂਦੇ ਨੇ ਉਹਨਾਂ ਦੀ ਰਾਇਲਟੀ ਦੀ ਗੱਲ, ਇਹ ਗੱਲਾਂ ਉਹੀ ਲੋਕ ਕਰ ਸਕਦੇ ਨੇ ਜਿਹੜੇ ਪੰਜਾਬ ਦੀ ਖੇਤਰੀ ਪਾਰਟੀ ਆ, ਕਿਉਂਕਿ ਅਕਾਲੀ ਦਲ ਯੂਜ਼ ਟੂ ਵੀ ਖੇਤਰੀ ਪਾਰਟੀ, ਇਹ ਖੇਤਰੀ ਪਾਰਟੀ ਨਹੀਂ ਰਿਹਾ। ਸੋ ਮੈਂ ਸਮਝਦਾ ਕਿ ਖੇਤਰੀ ਪਾਰਟੀ ਦਾ ਰੋਲ ਜੋ ਅਕਾਲੀ ਦਲ ਅੰਮ੍ਰਿਤਸਰ ਕਰ ਸਕਦਾ ਉਹ ਹੋਰ ਨਹੀਂ। ਸਾਡੇ 92-93 ਕੈਂਡੀਡੇਟ ਖੜੇ ਨੇ ਔਰ ਸਾਡੇ ਬਹੁਤ ਕੈਂਡੀਡੇਟ ਜਿਹੜੇ ਨੇ ਫਸਵੀਂ ਲੜਾਈ ਦੇ ਵਿੱਚ ਨੇ। ਦੇਖੋ, ਗੱਲ ਸਰਕਾਰ ਬਣਾਉਣ ਤੱਕ ਨਹੀਂ ਹੁੰਦੀ, ਇੱਕ ਤਕੜੀ ਤੁਸੀਂ ਆਪੋਜੀਸ਼ਨ ਲੈ ਕੇ ਵੀ ਅਸੈਂਬਲੀ 'ਚ ਚਲੇ ਜਾਂਦੇ ਆ, MLA ਤਾਂ ਉੱਥੇ 2-4 ਹੀ ਬਹੁਤ ਹੁੰਦੇ ਆ ਜਿਹੜੇ ਚਲਦੀ ਹਵਾ ਨੂੰ ਰੋਕ ਦਿੰਦੇ ਨੇ, ਕਿਉਂਕਿ ਅਸੈਂਬਲੀ ਦੇ ਵਿੱਚ ਉਹ ਗੱਲਾਂ ਹੋਈਆਂ ਨਹੀਂ ਅਸ਼ਮੀਤਾ ਜੀ ਜਿਹੜੀਆਂ 1984 ਤੋਂ ਬਾਅਦ ਹੋਣੀਆਂ ਚਾਹੀਦੀਆਂ ਸੀਗੀਆਂ। 3 ਵਾਰ ਕਾਂਗਰਸ ਦੀ ਸਰਕਾਰ ਆ ਗਈ, 3 ਵਾਰ ਅਕਾਲੀ ਦਲ ਦੀ ਸਰਕਾਰ ਆ ਗਈ। ਨਾ ਤਾਂ ਅਕਾਲੀ ਦਲ ਦੀ ਸਰਕਾਰ ਨੇ 1984 ਦਾ ਜੈਨੋਸਾਈਡ ਹੋਇਆ, ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ, ਉਹਦੀਆਂ ਗੱਲਾਂ ਨਹੀਂ ਹੋਈਆਂ। ਸਾਡੇ ਨਸ਼ਿਆਂ ਦੀ ਸਮੱਸਿਆ, ਸਾਡੇ ਫਿਰ ਮਾਫੀਆ ਦੀ ਸਮੱਸਿਆ ਸਾਡੇ ਮੂਹਰੇ ਖੜੀ ਆ, ਵਿਦਿਆ ਦੀ ਸਮੱਸਿਆ ਸਾਡੇ ਮੂਹਰੇ ਖੜੀ ਆ, ਸਿਹਤ ਦੇ ਇਸ਼ੂ ਸਾਡੇ ਮੂਹਰੇ ਖੜੇ ਆ। ਸਾਡੀ ਪਾਰਟੀ ਦੇ ਇਹ ਏਜੰਡੇ ਨੇ, ਅਸੀਂ ਕਿਸੇ ਕੋਲ ਝੂਠ ਨਹੀਂ ਬੋਲਿਆ ਕਿ ਅਸੀਂ ਤੁਹਾਨੂੰ ਪੈਨਸ਼ਨਾਂ ਦੇਵਾਂਗੇ, ਅਸੀਂ ਤੁਹਾਨੂੰ ਆਹ ਦੇਵਾਂਗੇ। ਅਸੀਂ ਇੱਕੋ ਗੱਲ ਰੱਖੀ ਆ, ਜਿਹੜਾ ਯੂਰਤ ਵਾਲਾ ਚੀਫ ਮਿਨਿਸਟਰ ਹੁੰਦਾ ਉਹ ਬਾਰਡਰ ਘੁਲਾ ਸਕਦਾ
ਜਦੋਂ ਸਾਡੇ ਬਾਰਡਰ ਖੁੱਲਣਗੇ, ਸਾਡਾ ਵਪਾਰ ਪਾਕਿਸਤਾਨ ਆਰਾਮ ਤੱਕ ਜਾਊਗਾ। ਜਿਹੜੀ ਸਾਡੀ ਟਰਾਂਸਪੋਰਟ ਹੈ, ਸਾਡਾ ਕਿਸਾਨ ਹੈ, ਸਾਡਾ ਵਪਾਰੀ ਆ, ਖੇਤ ਮਜ਼ਦੂਰ ਹੈ, ਜਿਹੜਾ ਸਾਡਾ ਬਾਹਰ ਪ੍ਰਵਾਸ ਹੋ ਰਿਹਾ ਉਹ ਰੁਕੇ। ਸੋ ਇਹ ਸਾਡੇ ਏਜੰਡੇ ਹੋਣਗੇ ਜੇ ਅਗਰ ਸਾਨੂੰ ਪੰਜਾਬ ਦੇ ਲੋਕ ਤਾਕਤ ਦੇਣਗੇ, ਪੰਜਾਬ ਦੀ ਪਾਰਟੀ ਨੂੰ। ਸੋ ਇਦਾਂ ਦਾ ਸਾਡਾ ਇਹ ਸਾਰਾ ਏਜੰਡਾ ਹੋਊਗਾ। ਫਿਰ ਅਸੀਂ ਦੇਖੋ, ਪੰਜਾਬ ਜਿਹੜਾ ਇੱਕ ਡਿਵਰਸ ਸਟੇਟ ਹੈ। ਸਾਡੇ ਪਿੰਡਾਂ ਦੇ ਵਿੱਚ ਸਾਰੇ ਕਾਸਟਸ ਜਿਹਨਾਂ ਨੂੰ ਕਹਿੰਦੇ ਨੇ, ਚਲੋ ਸਿੱਖਜ਼ਮ ਦੇ ਵਿੱਚ ਤਾਂ ਅਸੀਂ ਨਹੀਂ ਬਲੀਵ ਕਰਦੇ। ਸੋ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਡਿਵਰਸਿਫਾਈ ਕਰਕੇ ਇੱਕ ਡਿਵਰਸਿਫਾਈਡ ਇਨਕਲੂਜਨ ਬੋਰਡ ਬਣਾਵਾਂਗੇ, ਜਿਹੜਾ ਕਿ ਉਹ ਮਾਨਤਾ ਪ੍ਰਾਪਤ ਹੋਵੇ। ਉਹਦੇ 'ਚ ਸਾਰੇ ਧਰਮਾਂ ਦੇ ਲੋਕ, ਸਾਰੀਆਂ ਬਰਾਦਰੀਆਂ ਦੇ ਲੋਕ ਹੋਣਗੇ, ਕਿਉਂਕਿ ਸਾਰਾ ਪੰਜਾਬ ਤਾਂ ਸਾਡਾ ਬਾਹਰ ਆਇਆ ਹੋਇਆ। ਜਦੋਂ ਉਹਨਾਂ ਲੋਕਾਂ ਨੂੰ ਉਸ ਬੋਰਡ ਦਾ ਹਿੱਸਾ ਬਣਾਵਾਂਗੇ, ਉਹ ਪਿੰਡਾਂ ਦੀ ਡਿਵੈਲਪਮੈਂਟ ਕਰਾਉਣਗੇ, ਸਿਹਤ ਦੀ, ਵਿਦਿਆ ਦੀ। ਜਦੋਂ ਅਸੀਂ ਮਾਫੀਆ ਨੂੰ ਨੱਥ ਪਾਵਾਂਗੇ, ਸਾਡੇ ਕੋਲ ਸਰਪਲਸ ਫੰਡ ਹੋਣਗੇ, ਅਸੀਂ ਇੰਡਸਟਰੀ ਲਾਵਾਂਗੇ। ਸੋ ਬੜੇ ਕੰਮ ਕਰਨ ਵਾਲੇ ਨੇ। ਇਹ ਕੰਮ ਤਾਂ ਹੋਣਗੇ ਜੇ ਤੁਹਾਡੇ ਕੋਲ ਆਨੈਸਟ ਹੈਂਡ ਹੋਣਗੇ। ਤੁਸੀਂ 1984 ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਵਾਰ ਕਹਿ ਚੁੱਕੇ ਨੇ, ਮੇਰੇ ਉੱਤੇ ਵੀ ਕਮਿਸ਼ਨ ਬਿਠਾਓ, ਬਾਕੀਆਂ ਤੇ ਕਾਂਗਰਸੀਆਂ ਤੇ ਬਾਦਲ ਦਲੀਆਂ ਤੇ ਕਮਿਸ਼ਨ ਬਿਠਾਓ। ਮੇਰੀ ਜਾਇਦਾਦ ਵੀ ਦੇਖੋ ਕਿੰਨੀ ਸੀ, ਤਾਂ ਇਹਨਾਂ ਦੀ ਵੀ ਜਾਇਦਾਦ ਦੇਖੋ ਕਿੰਨੀ ਸੀ। ਜਦੋਂ ਸਾਡੀ ਲੀਡਰਸ਼ਿਪ ਲੁੱਟ ਖਸੁੱਟ ਕਰੂਗੀ, ਪੰਜਾਬ ਦਾ ਭਲਾ ਕਿੱਥੋਂ ਹੋ ਸਕਦਾ ਜੀ। ਸੋ ਇਸ ਕਰਕੇ ਸਾਡਾ ਏਜੰਡਾ ਹੋਊਗਾ, ਆਨੈਸਟ ਏਜੰਡਾ ਹੋਊਗਾ, ਇਮਾਨਦਾਰ ਹੋਊਗਾ। ਅਸੀਂ ਕਿਸੇ ਨੂੰ ਵੀ ਕੋਈ ਲਾਲੀਪਾਪ ਨਹੀਂ ਦਿੱਤਾ, ਔਰ ਇਹਨਾਂ ਏਜੰਡਿਆਂ ਦੇ ਉੱਤੇ ਅਸੀਂ ਕੰਮ ਕਰਾਂਗੇ। ਫਿਰ ਪਿੰਡਾਂ ਦੇ ਵਿੱਚ ਇਹ ਆ ਕਿ ਇਹ ਜਿਹੜੇ ਰਵਾਇਤੀ ਲੋਕ ਨੇ, ਇਹਨਾਂ ਨੇ ਗਲੀਆਂ ਨਾਲੀਆਂ ਦੇ ਵਿੱਚ ਲੜਾਈਆਂ ਕਰਾ ਲੋਕ ਵਸਾਏ ਹੋਏ ਨੇ। ਅਸੀਂ ਜਿੱਥੇ ਪੰਚਾਇਤਾਂ ਨੇ, ਉਹਨਾਂ ਪੰਚਾਇਤਾਂ ਦੇ ਨਾਲ ਤੁਸੀਂ ਨਹੀਂ ਸਮਝਦੇ ਹੋਣੇ, ਅੱਗੇ ਖਾਨਗੀ ਪੰਚਾਇਤਾਂ ਹੋਣੀਆਂ ਸੀ। ਫਿਰ ਅਸੀਂ ਖਾਲਸਾ ਪੰਚਾਇਤਾਂ ਬਣਾਵਾਂਗੇ, ਜਿਹੜੀਆਂ ਤਾਂ ਕਿ ਉਹ ਪੰਚਾਇਤਾਂ ਨੂੰ ਵੀ ਸਿੱਧੀਆਂ ਕਰਕੇ ਰੱਖਣਗੀਆਂ, ਤਾਂ ਕਿ ਪਿੰਡਾਂ ਦੇ ਝਗੜੇ ਲੜਾਈ ਜਿਹੜੇ ਜਦੋਂ ਅਸੀਂ ਖਤਮ ਕਰਾਂਗੇ, ਪਿੰਡਾਂ ਦੇ ਵਿੱਚ ਵੀ ਡਿਵੈਲਪਮੈਂਟ ਹੋਊਗੀ ਤੇ ਸਟੇਟ ਦੇ ਵਿੱਚ ਵੀ ਡਿਵੈਲਪਮੈਂਟ ਹੋਊਗੀ। ਜੀ ਜੀ। ਬੂਟਾ ਸਿੰਘ ਜੀ, ਤੁਸੀਂ ਕਾਫੀ ਸਾਰੇ ਮਸਲੇ ਇਸ ਛੋਟੀ ਜੀ ਆਪਣੀ ਗੱਲ ਦੇ ਵਿੱਚ ਅੱਗੇ ਰੱਖੇ ਹੈ, ਬਟ ਨੋ ਡਾਊਟ ਇਨ ਸਾਰੇ ਮਸਲਿਆਂ 'ਤੇ ਕੰਮ ਕਰਨ ਦੀ ਬਹੁਤ ਹੀ ਅਰਜੈਂਟ ਲੋੜ ਹੈਗੀ। ਇਹਨਾਂ ਦੇ ਵਿੱਚੋਂ ਕਿਸੇ ਵੀ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਜੋ ਹਾਲ ਪੰਜਾਬ ਦਾ ਬਣਿਆ ਹੋਇਆ ਹੈ, ਜਿਸ ਤਰ੍ਹਾਂ ਹੋਰ ਮਾੜੇ ਤੋਂ ਮਾੜਾ ਹਾਲ ਵੇਖਣ ਨੂੰ ਹਰ ਰੋਜ਼ ਮਿਲ ਰਿਹਾ ਹੈ, ਅਗਰ ਉਨ ਚੀਜ਼ਾਂ ਨੂੰ ਅਸੀਂ ਅਸਲ ਦੇ ਵਿੱਚ ਰੋਕਣਾ ਹੈ, ਉਹਨਾਂ ਨੂੰ ਰਿਵਰਸ ਕਰਨਾ ਹੈ, ਤੇ ਇਨ ਸਾਰੀ ਚੀਜ਼ਾਂ 'ਤੇ ਐਕਸ਼ਨ ਲੈਣਾ ਪਊਗਾ। ਤੇ ਕੋਈ ਵੀ ਪਾਰਟੀ ਜੋ ਆਏਗੀ ਜਾਂ ਜੋ ਵੀ ਕੋਲਿਸ਼ਨ ਹੰਗ ਗਵਰਨਮੈਂਟ ਅਗਰ ਬਣਦੀ ਹੈ, ਉਮੀਦ ਕਰਦੇ ਹਾਂ ਉਹਨਾਂ ਦਾ ਇਹੀ ਏਜੰਡਾ ਹੋਏ। ਇਨ ਇਲੈਕਸ਼ਨਾਂ ਨੂੰ ਲੈ ਕੇ ਖਾਸ ਕਰਕੇ ਵੱਖ-ਵੱਖ ਪਾਰਟੀਜ਼ ਕੀ ਕੁਝ ਕਰ ਰਹੀਆਂ, ਅਪਡੇਟਸ ਲਗਾਤਾਰ ਜਾਰੀ ਰੱਖਾਂਗੇ। ਬਟ ਅੱਜ ਬੂਟਾ ਸਿੰਘ ਜੀ, ਅਸੀਂ ਧੰਨਵਾਦੀ ਹਾਂ ਤੁਹਾਡੇ ਟਾਈਮ ਲਈ ਕਿ ਤੁਸੀਂ ਆਪਣੇ ਅਹੁਦੇ ਵੱਲੋਂ ਇੱਕ ਕਨਵੀਨਰ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਤੌਰ 'ਤੇ ਤੁਸੀਂ ਸਾਡੇ ਨਾਲ ਜੁੜੇ ਅਤੇ ਦੀਪ ਸਿੱਧੂ ਦੀ ਯਾਦ ਬਾਰੇ ਕੁਝ ਚੀਜ਼ਾਂ ਸਾਡੇ ਨਾਲ ਸਾਂਝੀ ਕੀਤੀਆਂ। ਤੁਹਾਡੀ ਪਾਰਟੀ ਨਾਲ ਜੁੜ ਕੇ ਉਹ ਕਾਫੀ ਐਕਟਿਵਲੀ ਕੰਮ ਕਰ ਰਹੇ ਸੀ ਇਨ ਦਿਨਾਂ ਦੇ ਵਿੱਚ। ਹਾਂਜੀ ਅਸ਼ਮਿਤਾ ਜੀ, ਮੈਂ ਇਹਦੇ ਨਾਲ ਹੀ ਇੱਕ ਹੋਰ ਬਹੁਤ ਵੱਡੀ ਹਸਤੀ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦਾ। ਹਿਊਮਨ ਰਾਈਟਸ, ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਜਸਟਿਸ ਅਜੀਤ ਸਿੰਘ ਬੈਂਸ ਵੀ, ਜਿਹੜੇ ਹਫ਼ਤਾ ਪਹਿਲਾਂ ਉਹ ਚੜ੍ਹਾਈ ਕਰ ਗਏ ਸੀ, ਮੈਂ ਉਹਨਾਂ ਨੂੰ ਵੀ ਬਹੁਤ ਸ਼ਰਧਾ ਦੇ ਫੁੱਲ ਭੇਟ ਕਰਦਾ। ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਜਾਣਦਾ ਸੀਗਾ ਜੀ। ਬਿਲਕੁਲ ਬਿਲਕੁਲ। ਥੈਂਕ ਯੂ ਇੱਕ ਵਾਰੀ ਫਿਰ ਇਸ ਚੀਜ਼ ਨੂੰ ਅੱਗੇ ਰੱਖਣ ਲਈ, ਤੇ ਜੋ ਕੁਝ ਤੁਸੀਂ ਸਾਡੇ ਨਾਲ ਅੱਜ ਸਾਂਝਾ ਕੀਤਾ ਉਹਦੇ ਲਈ। ਬੂਟਾ ਸਿੰਘ ਜੀ, ਇੱਥੇ ਹੀ ਇਜਾਜ਼ਤ ਦਿਓ ਸਾਨੂੰ, ਤੇ ਤੁਹਾਡੀ ਪਾਰਟੀ ਨੂੰ ਅਸੀਂ ਬੈਸਟ ਆਫ ਲੱਕ ਵਿਸ਼ ਕਰਦੇ ਹਾਂ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਥੇ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਬਟ ਜਾਣ ਤੋਂ ਪਹਿਲੇ ਮੈਂ ਇੱਕ ਵਾਰੀ ਫਿਰ ਤੁਹਾਡੇ ਨਾਲ ਇੱਕ ਬੇਨਤੀ ਇੱਕ ਪਰਸਨਲ ਤੌਰ 'ਤੇ ਕਰਨਾ ਚਾਹੁੰਦੀ ਹਾਂ। ਅਸੀਂ ਮੀਡੀਆ ਦੇ ਵਿੱਚ ਬਿਲੋਂਗ ਕਰਦੇ ਹਾਂ, ਕਾਫੀ ਮਾਣ ਮਹਿਸੂਸ ਕਰਦੇ ਹਾਂ ਇਸ ਪੱਤਰਕਾਰੀ ਉੱਤੇ, ਉਨ ਅਸੂਲਾਂ ਉੱਤੇ ਜਿਨ੍ਹਾਂ ਦੇ ਸਿਰ 'ਤੇ ਪੱਤਰਕਾਰੀ ਬਣੀ ਹੋਈ ਹੈ। ਅਤੇ ਮੈਂ ਤੁਹਾਡੇ ਤੋਂ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਭਾਵੇਂ ਉਹ ਤੁਹਾਡੇ ਵਟਸਐਪ 'ਤੇ, ਫੇਸਬੁੱਕ 'ਤੇ, ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ, ਟਵਿੱਟਰ, ਇੰਸਟਾਗ੍ਰਾਮ, ਤੁਹਾਨੂੰ ਅਗਰ ਉਹੋ ਜਿਹੀ ਘਿਨੌਣੀਆਂ ਪਿਕਚਰਾਂ ਵੇਖਣ ਨੂੰ ਮਿਲਦੀਆਂ ਜੋ ਦੀਪ ਸਿੱਧੂ ਦੇ ਦੇਹਾਂਤ ਤੋਂ ਬਾਅਦ ਲਿੱਤੀਆਂ ਗਈਆਂ, ਉਹਨਾਂ ਨੂੰ ਵਾਇਰਲ ਕਰਨ ਦੇ ਤੌਰ 'ਤੇ ਅੱਗੇ ਫੈਲਾਇਆ ਜਾ ਰਿਹਾ, ਤੁਸੀਂ ਉਸ ਚੀਜ਼ ਦਾ ਹਿੱਸਾ ਨਾ ਬਣੋ। ਇਸ ਚੀਜ਼ ਨੂੰ ਵੇਖ ਕੇ ਅੱਗੇ ਫੈਲਾ ਕੇ ਕਿਹੋ ਜਿਹਾ ਦਰਦ ਅਸੀਂ ਉਸ ਪਰਿਵਾਰ ਨੂੰ ਬਾਰ-ਬਾਰ
ਦੇ ਰਹੇ ਹਾਂ ਜਿਨ੍ਹਾਂ ਦਾ ਇੱਕ ਪੁੱਤ ਆਲਰੇਡੀ ਖੋ ਗਿਆ ਹੈ। ਕਿਹੋ ਜਿਹਾ ਦਰਦ ਅਸੀਂ ਉਨ ਸਾਰਿਆਂ ਨੂੰ ਮਹਿਸੂਸ ਕਰਾ ਰਹੇ ਹਾਂ ਜੋ ਦੀਪ ਸਿੱਧੂ ਨਾਲ ਜੁੜੇ ਹੋਏ ਸੀ, ਜੋ ਉਹਦੇ ਕੌਜ਼, ਉਹਦੀ ਆਵਾਜ਼ ਨਾਲ ਜੁੜੇ ਹੋਏ ਸੀ। ਇੱਕ ਇਨਸਾਨੀਅਤ ਦੇ ਪੱਖ ਤੋਂ, ਇੱਕ ਹਿਊਮਨ ਬੀਇੰਗ ਦੇ ਤੌਰ 'ਤੇ ਸਾਨੂੰ ਇਸ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ ਕਿ ਐਟਲੀਸਟ ਇੱਕ ਬੰਦੇ ਦੀ ਡੈਥ ਤੋਂ ਬਾਅਦ, ਮੌਤ ਤੋਂ ਬਾਅਦ ਤਾਂ ਉਹਨਾਂ ਨੂੰ ਪੀਸ ਦਿਓ, ਉਹਨਾਂ ਦੀ ਪਿਕਚਰਾਂ ਖਿੱਚ ਕੇ ਉਹਨਾਂ ਨੂੰ ਵਾਇਰਲ ਨਾ ਕਰੋ। ਸੋ ਮੇਰੀ ਇਹ ਤੁਹਾਡੇ ਨਾਲ ਇਹੀ ਬੇਨਤੀ ਹੈ ਕਿ ਅਗਰ ਇਹ ਪਿਕਚਰ ਤੁਹਾਡੇ ਕੋਲ ਆਉਂਦੀ ਹੈ, ਜਿੱਥੋਂ ਵੀ ਉਹ ਆਈ ਹੈ, ਤੁਸੀਂ ਉਹਨਾਂ ਨੂੰ ਬੋਲੋ ਕਿ ਇਹ ਸਹੀ ਨਹੀਂ ਹੈ। ਇੱਦਾਂ ਨਹੀਂ ਸਾਨੂੰ ਕਿਸੇ ਦੀ ਮੌਤ ਨੂੰ ਫੈਲਾਉਣਾ ਚਾਹੀਦਾ। ਭਾਵੇਂ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਕੁਝ ਵਾਇਰਲ ਹੋ ਜਾਂਦਾ ਹੈ, ਕਿਤੇ ਨਾ ਕਿਤੇ ਤਾਂ ਸਾਨੂੰ ਲਾਈਨ ਡਰਾ ਕਰਨੀ ਚਾਹੀਦੀ ਹੈ। ਇੱਥੇ ਮੈਂ ਤੁਹਾਡੇ ਨਾਲ ਇੱਕ ਵਾਰੀ ਫਿਰ ਬੇਨਤੀ ਕਰਦੀ ਹਾਂ, ਅਗਰ ਤੁਸੀਂ ਇਹ ਪਿਕਚਰਾਂ ਵੇਖਦੇ ਹੋ, ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਰਿਪੋਰਟ ਕਰੋ ਕਿ ਇਹ ਕੰਟੈਂਟ ਡਿਸਟਰਬਿੰਗ ਕੰਟੈਂਟ ਹੈ, ਇਹ ਨਹੀਂ ਸੋਸ਼ਲ ਮੀਡੀਆ 'ਤੇ ਅਲਾਉ ਹੋਣਾ ਚਾਹੀਦਾ। ਅਗਰ ਤੁਹਾਨੂੰ ਕੋਈ WhatsApp 'ਤੇ ਉਹ ਪਿਕਚਰ ਸੈਂਡ ਕਰਦਾ, ਉਹਨਾਂ ਨੂੰ ਕਹੋ ਕਿ ਕਿਉਂ ਤੁਸੀਂ ਇਹ ਫੈਲਾ ਰਹੇ ਹੋ, ਸਾਨੂੰ ਨਹੀਂ ਇਹ ਚਾਹੀਦਾ, ਅਤੇ ਉੱਥੇ ਹੀ ਸਟਾਪ ਲਗਾਓ, ਉਹਨੂੰ ਅੱਗੇ ਨਾ ਫੈਲਾਓ। ਇੱਕ ਵਾਰੀ ਫਿਰ ਇਨਸਾਨੀਅਤ ਨੂੰ ਜਗਾਉਣ ਦੀ ਲੋੜ ਹੈਗੀ, ਜਿੱਥੇ ਸ਼ਾਇਦ ਸੋਸ਼ਲ ਮੀਡੀਆ ਨੇ ਇਸ ਚੀਜ਼ ਨੂੰ ਖ਼ਤਮ ਕਰ ਦਿੱਤਾ। ਇੱਥੇ ਇਸ ਮੰਚ 'ਤੇ ਅਸੀਂ ਤੁਹਾਨੂੰ ਯਾਦ ਦਿਲਾਵਾਂਗੇ ਕਿ ਮੀਡੀਆ ਦਾ ਕੀ ਰੋਲ ਹੁੰਦਾ ਹੈ, ਕੀ ਜ਼ਿੰਮੇਵਾਰੀ ਹੁੰਦੀ ਹੈ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਕੱਲ੍ਹ ਤੋਂ ਇੱਕ ਵਾਰੀ ਫਿਰ ਪੰਜਾਬ ਇਲੈਕਸ਼ਨਸ ਨੂੰ ਲੈ ਕੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।